ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਨ ਸਰਸ ਮਨਾ ਕਣ ਵਰਸਹਿ ਰੁਤ ਆਏ। ਮੈਂ ਮਨ ਤਨ ਸਹੁ ਭਾਵੈ ਪਿਰ ਪਰਦੇਸ ਸਦਾਏ। ਸਾਵਣ ਸਰਸ ਮਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਨ ਸਰਸ ਮਨਾ। ਸਾਵਣ ਦੇ ਮਹੀਨੇ ਅਲੰਕਾਰ ਦੁਆਰਾ ਉਪਦੇਸ਼ ਕਥਨ ਕਰਦੇ ਹਨ ਕਿ ਇਸ ਮਹੀਨੇ ਅੰਦਰ ਸੁਹਾਗਵੰਤੀਆਂ ਦੇ ਮਨਾਂ ਵਿੱਚ ਹਿਰਦਿਆਂ ਵਿੱਚ ਸਰਸ ਮਨਾ ਬਹੁਤ ਆਨੰਦ ਪ੍ਰਾਪਤ ਹੁੰਦਾ ਹੈ। ਕਣ ਵਰਸਹਿ ਰੁਤ ਆਏ। ਇਸ ਬਰਸਾਤ ਰੁੱਤ ਦੇ ਆਉਣ ਕਰਕੇ ਬਹੁਤ ਬੱਦਲ ਬਰਸਦੇ ਹਨ। ਕਣ ਹਰ ਬਰਸ ਸਗਲ ਜਗ ਛਾਇਆ। ਮੈਂ ਮਨ ਤਨ ਸਹੁ ਭਾਵੈ। ਪਤੀ ਤੋਂ ਵਿਛੜੀ ਇਸਤਰੀ ਆਖਦੀ ਹੈ ਕਿ ਮੇਰੇ ਹਿਰਦੇ ਅਤੇ ਸਰੀਰ ਵਿੱਚ ਪਤੀ ਭਾਉਂਦਾ ਪਤੀ ਚੰਗਾ ਲੱਗਦਾ ਹੈ। ਪਿਰ ਪਰਦੇਸ ਸਦਾਏ। ਪਰ ਉਹ ਪਤੀ ਜੀ ਪਰਾਏ ਦੇਸ਼ ਕਿਸੇ ਹੋਰ ਦੇਸ਼ ਨੂੰ ਹੀ ਗਏ ਹੋਏ ਹਨ। ਪਿਰ ਘਰ ਨਹੀਂ ਆਵੈ ਮਰੀਐ ਹਾਵੈ। ਜਦੋਂ ਐਸੀ ਪਿਆਰੀ ਤੇ ਮਿੱਠੀ ਰੁੱਤ ਵਿੱਚ ਜਦ ਪਤੀ ਘਰ ਵਿੱਚ ਹੀ ਨਾ ਆਵੇ ਤਾਂ ਪਤੀ ਨੂੰ ਯਾਦ ਕਰਕੇ ਹੌਕਿਆਂ ਵਿੱਚ ਮਰੀਦਾ ਹੈ। ਦਾਮਨ ਚਮਕ ਡਰਾਏ। ਤੇ ਉੱਪਰੋਂ ਅਸਮਾਨ ਵਿੱਚ ਬਿਜਲੀ ਚਮਕਾਰੇ ਮਾਰ ਮਾਰ ਕੇ ਮੈਨੂੰ ਡਰਾਉਂਦੀ ਪਈ ਹੈ। ਸੇਜ ਅਕੇਲੀ ਖਰੀ ਦੁਹਲੀ। ਪਤੀ ਦੇ ਵਿਛੋੜੇ ਕਰਕੇ ਮੇਰੀ ਸੇਜਾ ਵੀ ਇਕੱਲੀ ਹੈ ਜਾਂ ਸੇਜਾ ਦੇ ਉੱਪਰ ਮੈਂ ਇਕੱਲੀ ਅਤਿਅੰਤ ਦੁਖੀ ਹੋ ਰਹੀ ਹਾਂ। ਮਰਨ ਪਿਆ ਦੁਖ ਪਮਾਏ। ਹੇ ਮਾਂ ਹੇ ਸਖੀ ਪਤੀ ਦੇ ਵਿਛੋੜੇ ਦਾ ਦੁੱਖ ਮੈਨੂੰ ਮਰਨ ਵਰਗਾ ਪ੍ਰਤੀਤ ਹੋ ਰਿਹਾ ਹੈ। ਹਰ ਬਿਨ ਨੀਂਦ ਭੂਖ ਕਾਹੁ ਕੈਸੀ। ਹਰੀ ਪਤੀ ਪਰਮੇਸ਼ਰ ਤੋਂ ਬਿਨਾ ਦੱਸੋ ਖਾਂ ਮੈਨੂੰ ਨੀਂਦ ਅਤੇ ਭੁੱਖ ਕਿਹੋ ਜਿਹੀ ਲੱਗ ਰਹੀ ਹੈ। ਮਤਲਬ ਨੀਂਦ ਭੁੱਖ ਦਾ ਤਾਂ ਕਿਤੇ ਮੈਨੂੰ ਖਿਆਲ ਹੀ ਨਹੀਂ ਹੈ।
ਕਾਪੜ ਤਨ ਨਾ ਸੁਖਾਵਾਏ। ਨਾ ਕੁਝ ਖਾਣਾ ਚੰਗਾ ਲੱਗਦਾ, ਨਾ ਕੁਝ ਪੀਣਾ ਚੰਗਾ ਲੱਗਦਾ, ਨਾ ਸਰੀਰ ਦੇ ਉੱਪਰ ਪਹਿਨੇ ਕੱਪੜੇ ਹੀ ਸੁਖਾਉਂਦੇ ਹਨ। ਪਾਉਣੇ ਤਾਂ ਪੈਂਦੇ ਨੇ ਪਰ ਚੰਗੇ ਨਹੀਂ ਲੱਗਦੇ ਆਪਣੇ ਆਪ ਨੂੰ। ਨਾਨਕ ਸਾ ਸੁਹਾਗਣ ਕੰਤੀ। ਭਾਵ ਪਤੀ ਤੋਂ ਬਿਨਾਂ ਐਸੀ ਸੁਹਾਵਣੀ ਰੁੱਤ ਅਤਿਅੰਤ ਦੁਖਦਾਈ ਬਤੀਤ ਹੋ ਰਹੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਥਨ ਕਰਦੇ ਨੇ ਕਿ ਐਸੀ ਰੁੱਤ ਸਾਵਣ ਦੇ ਮਹੀਨੇ ਵਿੱਚ ਉਹੀ ਪਤੀ ਵਾਲੀ ਸੁਹਾਗਵੰਤੀ ਬੀਬੀ ਹੈ। ਫਿਰ ਕੈ ਅੰਕ ਸਮਾਵਾਏ। ਜੋ ਆਪਣੇ ਪਤੀ ਦੇ ਗਲੇ ਸਮਾਉਂਦੀ, ਉਹਦੇ ਨਾਲ ਲੀਨ ਰਹਿੰਦੀ ਹੈ। ਇਹ ਤਾਂ ਸੀ ਬਾਹਰੀ ਅਰਥ, ਦ੍ਰਿਸ਼ਟਾਂਤ ਮਾਤਰ। ਹੁਣ ਅੰਤਰੀ ਵਰਤ ਸਰਵਣ ਕਰੋ। ਸਾਵਨ ਸਰਸ ਮਨਾ। ਇਹ ਮਨੁੱਖਾ ਜਨਮ ਰੂਪ ਸਾਵਣ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਜੋ ਮਹਾਤਮਾ ਰੂਪ ਸੁਹਾਗਵੰਤੀਆਂ ਦੇ ਮਨ ਸਹਿਤ ਪ੍ਰੇਮ ਰਸ ਦੇ ਹੋਏ ਹਨ। ਕਾਨਵਰ ਸਹ ਰੁੱਤ ਆਏ। ਅਤੇ ਸ਼ੌਂਕ ਅਵਸਥਾ ਰੂਪ ਰੋਤਾਉਣ ਕਰਕੇ ਗੁਰੂ ਰੂ ਬਦਲ ਉਪਦੇਸ਼ ਰੂ ਵਰਖਾ ਕਰਕੇ ਵਰਸ ਰਹੇ ਹਨ। ਮੈਂ ਮਨ ਤਨ ਸਹ ਪਾਵੈ। ਪਰਮੇਸ਼ਰ ਰੂਪ ਪਤੀ ਤੋਂ ਵਿਛੜੀ ਹੋਈ ਜਗਿਆਸੂ ਰੂਪ ਇਸਤਰੀ ਆਖਦੀ ਹੈ ਕਿ ਮੇਰੇ ਹਿਰਦੇ ਅਤੇ ਸਰੀਰ ਅੰਦਰ ਪਤੀ ਪਰਮਾਤਮਾ ਚੰਗਾ ਲੱਗ ਰਿਹਾ ਹੈ। ਫਿਰ ਪਰਦੇਸ ਸਦਾਏ। ਪਰ ਪਤੀ ਪਰਮਾਤਮਾ ਜੀ ਅਸਖਿਆਤ ਹੋਣ ਰੂਪ ਪਰਦੇਸ ਗਏ ਹੋਏ ਹਨ। ਫਿਰ ਘਰ ਨਹੀਂ ਆਵੈ ਮਰੀਐ ਹਾਵੈ। ਪਰਮਾਤਮਾ ਰੂਪਤੀ ਮੇਰੇ ਹਿਰਦੇ ਰੂਪ ਘਰ ਵਿੱਚ ਆ ਕੇ ਸਾਖਿਆਤਕਾਰ ਨਹੀਂ ਹੁੰਦਾ। ਐਸੇ ਵਿਛੋੜੇ ਦੇ ਝੋਰੀਆਂ ਕਰਕੇ, ਹਾਵੀਆਂ ਕਰਕੇ ਮਰਨਾ ਹੋ ਰਿਹਾ ਹੈ। ਤਾਮਨ ਚਮਕ ਡਰਾਏ। ਮਾਇਆ ਰੂ ਬਿਜਲੀ ਅਨੇਕ ਤਰ੍ਹਾਂ ਦੇ ਪਦਾਰਥਾਂ ਦੇ ਚਮਕਾਰੇ ਮਾਰ ਮਾਰ ਕੇ ਡਰਾ ਰਹੀ ਹੈ। ਸੇਜ ਅਕੇਲੀ ਖਾਰੀ ਦੋਹਲੀ। ਮੇਰੀ ਅੰਤਕਰਨ ਰੂਪ ਸੇਜਾ ਇਕੱਲੀ ਹੈ, ਜਾਂ ਅੰਤਕਰਨ ਰੂਪ ਸੇਜਾ ਉੱਪਰ ਮੇਰੀ ਆਭਾਸ ਬਿਰਤੀ ਸਾਖੀ ਚੇਤਨ ਦੀ ਸਖਿਆਤਤਾ ਤੋਂ ਬਿਨਾ ਇਕੱਲੀ ਅਤਿਅੰਤ ਦੁਖੀ ਹੋ ਰਹੀ ਹੈ। ਮਰਨ ਭਇਆ ਦੁਖ ਮਾਏ। ਇਹ ਮਹਾਤਮਾ ਰੂ ਮਾਂ ਜਾਂ ਉਤਮ ਸਖੀ ਪਰਮੇਸ਼ਰ ਪਤੀ ਦੇ ਵਿਛੋੜੇ ਦੇ ਦੁੱਖ ਕਾਰਨ ਮੈਨੂੰ ਮਰਨਾ ਪ੍ਰਤੀਤ ਹੋ ਰਿਹਾ ਹੈ। ਹਰ ਬਿਨ ਨੀਂਦ ਭੂਖ ਕਹੁ ਕੈਸੀ। ਇਹ ਸਖੀ ਦੱਸੋ ਖਾਂ ਕਿ ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਪ੍ਰਤੱਖ ਨੀਂਦ ਤੇ ਭੁੱਖ ਕਿਹੋ ਜਿਹੀ ਆਉਣੀ ਹੈ। ਕਾਪੜ ਤਨ ਨਾ ਸੁਖਾਵਾਏ। ਸਗੋਂ ਤਨ ਉੱਪਰ ਬਸਤਰ ਵੀ ਨਹੀਂ ਸਿਖਾਉਂਦੇ। ਜਾਂ ਪਾਸ਼ਾ ਜੀ ਫਰਮਾਉਂਦੇ ਹਨ, ਹਰ ਬਿਨ ਨੀਂਦ ਭੂਖ ਕਹੁ ਕੈਸੀ। ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਨਿਰਵਿਕਲਪ ਸਮਾਧੀ ਰੂਪ ਨੀਂਦ ਜਾਂ ਆਤਮਿਕ ਸ਼ਾਂਤੀ ਰੂਪ ਨੀਂਦ ਕਿਵੇਂ ਪ੍ਰਾਪਤ ਹੋਵੇ ਅਤੇ ਦਰਸ਼ਨ ਦੀ ਭੁੱਖ ਕਿਵੇਂ ਲੱਥੇ। ਕਾਪੜ ਤਨ ਨਾ ਸੁਖਾਵਾਏ। ਮੈਨੂੰ ਤਾਂ ਆਪਣੇ ਸਰੀਰ ਰੂਪ ਕੱਪੜੇ ਵੀ ਚੰਗੇ ਨਹੀਂ ਲੱਗਦੇ। ਨਾਨਕ ਸਾ ਸੁਹਾਗਣ ਕੰਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਕਿ ਇਸ ਮਨੁੱਖਾ ਜਨਮ ਰੂਪੀ ਸਾਵਣ ਦੇ ਮਹੀਨੇ ਅਤੇ ਸ਼ੌਂਕ ਅਵਸਥਾ ਰੂਪ ਰੁੱਤ ਅੰਦਰ
ਉਹ ਪਰਮਾਤਮਾ ਦੀ ਪ੍ਰਾਪਤੀ ਵਾਲੀ ਸੁਹਾਗਵੰਤੀ ਬੀਬੀ ਹੈ। ਫਿਰ ਕਾ ਅੰਕ ਸਮਾਵੈ, ਜੋ ਪਤੀ ਪਰਮਾਤਮਾ ਦੇ ਸਰੂਪ ਦੇ ਵਿੱਚ ਲੀਨ ਹੋ ਜਾਂਦੀ ਹੈ। ਭਾਦੋ ਭਰਮ ਭੁਲੇ, ਪਾਵਸ ਰੁੱਤ ਦੇ ਬਰਸਾਤ ਰੁੱਤ ਦੇ ਦੂਸਰੇ ਭਾਦਰੋਂ ਦੇ ਮਹੀਨੇ ਦੇ ਅਲੰਕਾਰ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਨੇ ਕਿ ਜਿਵੇਂ ਪ੍ਰਤੱਖ ਵਿਛੋੜੇ ਵਾਲੀ ਇਸਤਰੀ ਕਹਿੰਦੀ ਹੈ ਕਿ ਮੈਂ ਇਸ ਸੁਹਾਵਣੇ ਮਹੀਨੇ ਅੰਦਰ ਵੀ ਭਰਮ ਦੇ ਵਿੱਚ ਭੁੱਲ ਰਹੀ, ਭਾਵ ਪਤੀ ਦੀ ਸਾਰ ਨਾ ਜਾਣ ਸਕੀ। ਪਰ ਜੋ ਬਨ ਪਛਤਾਣੀ, ਹੁਣ ਭਰ ਜਵਾਨੀ ਵਿੱਚ ਪਤੀ ਦੇ ਵਿਛੋੜੇ ਕਰਕੇ ਪਛਤਾਪ ਕਰ ਰਹੀ ਹਾਂ। ਜਲ ਥਲ ਨੀਰ ਭਰੇ, ਵਰਖਾ ਰੁੱਤ ਵਿੱਚ ਜਲ ਵਾਲੀਆਂ ਥਾਵਾਂ ਅਤੇ ਖੁਸ਼ਕ ਥਾਵਾਂ ਸਭ ਪਾਣੀ ਨਾਲ ਭਰ ਜਾਂਦੀਆਂ ਹਨ। ਬਰਸ ਰੁੱਤੇ ਰੰਗ ਮਾਣੀ, ਐਸੀ ਆਨੰਦ ਵਾਲੀ ਵਰਖਾ ਰੁੱਤ ਵਿੱਚ ਪਤੀ ਵਾਲੀ ਇਸਤਰੀ ਉਸ ਦੀ ਆਨੰਦ ਨੂੰ ਮਾਨਣਾ ਕਰਦੀ ਹੈ। ਬਰਸੈ ਨਿਸਕਾਲੀ ਕਿਉ ਸੁਖ ਬਾਲੀ, ਇੱਕਦਮ ਬੱਦਲ ਵਰਸ ਰਹੇ ਹਨ, ਉਤੋਂ ਕਾਲੀ ਬੋਲੀ ਰਾਤ ਹੈ। ਦਾਦਰ ਮੋਰ ਲਵੰਤੇ, ਫਿਰ ਡੱਡੂ ਤੇ ਮੋਰ ਬੋਲ ਰਹੇ ਨੇ, ਉਹ ਐਵੇਂ ਡਰਾ ਰਹੇ ਨੇ ਫਜ਼ੂਲ ਦਾ ਹੀ, ਬੜੀਆਂ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੱਢ ਕੇ। ਐਸੇ ਸਮੇਂ ਵਿੱਚ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਮੈਂ ਇਸਤਰੀ ਨੂੰ ਕਿਵੇਂ ਸੁਖ ਪ੍ਰਾਪਤ ਹੋਵੇ। ਕੱਲਾ ਤਾਂ ਦਰਖਤ ਵੀ ਮਾੜਾ ਗਿਣਿਆ ਜਾਂਦਾ ਹੈ। ਪ੍ਰਿਉ ਪ੍ਰੋ ਚਵੈ ਬਬੀਹਾਂ ਬੋਲੇ, ਪਿਆਰਾ ਪਿਆਰਾ ਸ਼ਬਦ ਆਵਾਜ਼ ਕੱਢਦਾ ਉਚਾਰਦਾ ਹੋਇਆ ਬਬੀਵਾ ਵੀ ਬੋਲ ਰਿਹਾ ਹੈ। ਭੁਯੰਗਮ ਫਿਰਹਟ ਸੰਤੇ, ਅਤੇ ਸੱਪ ਵੀ ਡੰਗਦੇ ਫਿਰਦੇ, ਮੇਲਦੇ ਫਿਰਦੇ ਨੇ, ਡੰਗ ਮਾਰਦੇ ਫਿਰਦੇ ਹਨ। ਮੱਛਰ ਡੰਗ ਸਾਇਰ ਭਰ ਸੋਭਰਾ, ਮੱਛਰ ਵੀ ਡੰਗ ਮਾਰ ਰਹੇ ਨੇ। ਸਮੁੰਦਰ ਸਰੋਵਰ ਤਲਾ ਆਦਿਕ ਵੀ ਲਬਾ ਲਬ ਪਾਣੀ ਨਾਲ ਭਰੇ ਹੋਏ ਹਨ। ਬਿਨ ਹਰ ਕਿਉ ਸੁਖ ਪਾਈਆ, ਹਰੀ ਪਤੀ ਪਰਮੇਸ਼ਰ ਤੋਂ ਬਿਨਾਂ ਦੱਸੋ ਕਿਵੇਂ ਸੁਖ ਪਾਈਏ। ਭਾਵ ਨਹੀਂ ਪਾਇਆ ਜਾ ਸਕਦਾ। ਇਸੀ ਬਾਹਰੀ ਅਰਥ। ਹੁਣ ਅੰਤਰੀ ਵਰਤ ਸਰਵਣ ਕਰੋ। ਪਾਤੋ ਭਰਮ ਭੁਲੀ, ਇਹ ਮਨੁੱਖਾ ਸਰੀਰ ਰੂਪ ਭਾਦਰੋਂ ਦੇ ਮਹੀਨੇ ਅੰਦਰ ਜੋ ਜਗਿਆਸੂ ਰੂਪ ਇਸਤਰੀ ਦਵੈਤ ਭਾਵ ਕਰਕੇ ਭਰਮ ਦੇ ਵਿੱਚ ਭੁੱਲੀ ਹੋਈ ਹੈ। ਪਰ ਜੋ ਬਨ ਪਛਤਾਣੀ, ਆਸੁਰੀ ਸੰਪਦਾ ਰੂਪ ਜਵਾਨੀ ਨਾਲ ਭਰੀ ਹੋਣ ਕਰਕੇ ਪਰਮਾਤਮਾ ਰੂਪ ਪਤੀ ਦੇ ਵਿਛੋੜੇ ਕਰਕੇ ਪਛਤਾਤਾਪ ਕਰਦੀ ਰਹਿੰਦੀ ਹੈ। ਜਵਾਨੀ ਵਿੱਚ ਕਾਮ ਆਦਿਕਾਂ ਦਾ ਜ਼ੋਰ ਹੁੰਦਾ, ਇਸ ਕਰਕੇ ਆਸੁਰੀ ਸੰਪਦਾ ਜਵਾਨੀ ਰੂਪ ਕਰਕੇ ਕਥਨ ਕੀਤੀ ਹੈ। ਜਲ ਥਲ ਨੀਰ ਭਰੇ, ਜਲ ਵਾਲੀਆਂ ਥਾਵਾਂ ਦੀ ਤਰ੍ਹਾਂ ਗਿਆਨ ਇੰਦਰੇ, ਖੁਸ਼ਕ ਥਾਵਾਂ ਦੀ ਤਰ੍ਹਾਂ ਕਰਮ ਇੰਦਰੇ, ਸਾਰੇ ਵਿਸ਼ੇ ਰੂਪ ਪਾਣੀ ਨਾਲ ਭਰੇ ਹੋਏ ਹਨ। ਬਰਸ ਰੁੱਤੇ ਰੰਗ ਮਾਣੀ, ਐਸੀ ਦਵੈਤ ਭਾਵ ਵਾਲੀ ਰੁੱਤ ਵਿੱਚ ਮੋਰੂ ਬੱਦਲ ਬਰਸ ਰਹੇ ਨੇ। ਜਾਂ ਪਾਸ਼ਾ ਜੀ ਫਰਮਾਉਂਦੇ ਹਨ, ਜਲ ਥਲ ਨੀਰ ਭਰੇ, ਗਿਆਨ ਇੰਦਰੇ ਜਲ ਦੀ ਤਰ੍ਹਾਂ ਤੇ ਕਰਮ ਇੰਦਰੇ ਖੁਸ਼ਕ ਜਗ੍ਹਾ ਦੀ ਤਰ੍ਹਾਂ ਵਿਸ਼ੇ ਰੂਪ ਪਾਣੀ ਦੇ ਨਾਲ ਭਰੇ ਪਏ ਹਨ। ਬਰਸ ਰੁੱਤੇ ਰੰਗ ਮਾਣੀ, ਸਕਾਮ ਕਰਮ ਰੂਪੀ ਬੱਦਲ ਪਦਾਰਥਾਂ ਨੂੰ ਵਰਖਾ ਕਰਕੇ ਬਰਸ ਰਹੇ ਨੇ। ਉਹਨਾਂ ਪਦਾਰਥਾਂ ਵਿੱਚ ਜਗਿਆਸੂ ਰੂਪ ਇਸਤਰੀ ਆਨੰਦ ਮਾਣ ਰਹੀ ਹੈ, ਰੱਬ ਨੂੰ ਭੁੱਲ ਬੈਠੀ ਹੈ। ਜਿੰਨੇ ਪਦਾਰਥ ਦਿੱਤੇ ਨੇ ਉਹਦਾ ਚੇਤਾ ਹੀ ਕੋਈ ਨਹੀਂ। ਦਾਤ ਪਿਆਰੀ ਵਿਸਰਿਆ ਦਾਤਾਰ,
ਐਸੀ ਰੁੱਤ ਵਿੱਚ ਪਰਮਾਤਮਾ ਪਤੀ ਵਾਲੀ ਸੁਹਾਗਵੰਤੀ ਬੀਬੀ ਤਾਂ ਉਸ ਦੇ ਆਨੰਦ ਨੂੰ ਮਾਣਦੀ ਹੈ। ਹੱਬੇ ਢੋਲ ਸੁਹਾਵਣ ਸੋਹ ਬੈਠਾ ਅੰਗਣ ਮੱਲ। ਜੇ ਪਤੀ ਪਰਮੇਸ਼ਰ ਹਿਰਦੇ ਰੂ ਵਿਹੜੇ ਦੇ ਵਿੱਚ ਅੰਤःਕਰ ਰੂਪ ਲੰਘਾਂ ਨੂੰ ਮੱਲ ਕੇ ਤੇ ਇਹ ਸੋਹਣੀ ਹਿਰਦੇ ਦੀ ਸੇਜਾ ਤੇ ਬੈਠਾ ਹੋਇਆ ਸਾਖਿਆਤਕਾਰ ਹੋਇਆ ਹੈ ਤਾਂ ਸਾਰੇ ਪਦਾਰਥ ਸਾਰਾ ਸੰਸਾਰ ਸੋਹਣਾ ਚੰਗਾ ਚੰਗਾ ਪ੍ਰਤੀਤ ਹੁੰਦਾ ਹੈ। ਬਰਸੈ ਨਿਸਕਾਲੀ ਕਿਉ ਸੁਖ ਬਾਲੀ। ਪਰ ਵਿਛੋੜੇ ਵਾਲੀ ਜੋ ਜਗਿਆਸੂ ਇਸਤਰੀ ਮੋਹ ਰੂਪੀ ਬਦਲ ਜਾਂ ਸਕਾਮ ਕਰਮ ਰੂਪੀ ਬਦਲ ਪਦਾਰਥਾਂ ਦੀ ਕਰਕੇ ਵਰਖਾ ਕਰਕੇ ਜੋ ਵਰਸ ਰਹੇ ਨੇ, ਅਵਸਥਾ ਰੂਪੀ ਰਾਤ ਹੈ। ਅਵਿਦਿਆ ਪਾਪਾਂ ਕਰਕੇ ਕਾਲੀ ਬੋਲੀ ਹੋ ਰਹੀ ਹੈ। ਸ਼ਾਸਤਰਾਂ ਦੇ ਸਾਧਨਾਂ ਦੇ ਸੰਸਕਾਰਾਂ ਤੋਂ ਰਹਿਤ ਅਗਿਆਤ ਜਗਿਆਸੂ ਰੂਪ ਇਸਤਰੀ ਆਤਮਕ ਆਨੰਦ ਰੂਪ ਸੁਖ ਨੂੰ ਕਿਵੇਂ ਪ੍ਰਾਪਤ ਕਰ ਸਕਦੀ ਹੈ? ਭਾਵ ਨਹੀਂ ਪ੍ਰਾਪਤ ਹੁੰਦਾ। ਤਾਤਰ ਮੋਰ ਲਵੰਤੇ। ਕਿਉਂਕਿ ਉਧਰੋਂ ਅਨੁਕੂਲ ਤੇ ਪ੍ਰਤੀਕੂਲ ਪਦਾਰਥਾਂ ਦੇ ਵਿੱਚ ਮਿਲ ਕੇ ਰਾਗ ਦਵੈਖ ਰੂਪ ਡੱਡੂ ਬੋਲ ਰਹੇ ਹਨ ਤੇ ਸੰਕਲਪ ਵਿਕਲਪ ਰੂਪ ਮੋਰ ਭੋਗਾਂ ਰੂਪ ਸੱਪਾਂ ਨੂੰ ਖਾਣ ਵਾਸਤੇ ਬੋਲ ਰਹੇ ਹਨ। ਪ੍ਰਚਵੈ ਬਬੀਹਾ ਬੋਲੇ। ਜਗਿਆਸੂ ਇਸਤਰੀ ਦਾ ਚੇਤਰੂ ਬਬੀਹਾ ਪਿਆਰਾ ਪਿਆਰਾ ਸ਼ਬਦ, ਇਥੇ ਸ਼ਬਦ ਅਰਥ ਹੈ ਆਵਾਜ਼। ਪਿਆਰੀ ਆਵਾਜ਼ ਉਚਾਰ ਕੇ ਅਭੇਦ ਬੋਧ ਰੂਪ ਸਵੰਤੀ ਬੂੰਦ ਵਾਸਤੇ ਬੋਲਦਾ ਵੀ ਹੈ। ਵਿਅੰਗਮ ਫਿਰਹਟ ਸੰਤੇ। ਪਰ ਮੋਰੂ ਬਦਲਾਂ ਕਰਕੇ ਬੂੰਦ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਕਾਮ ਕ੍ਰੋਧ ਰੂਪ ਸੱਪ ਡਸਦੇ ਫਿਰਦੇ ਹਨ। ਮੱਛਰ ਡੰਗ ਸਾਇਰ ਭਰ ਸੋਭਾਰਾ। ਈਰਖਾ ਰੂਪ ਮੱਛਰ ਡੰਗ ਮਾਰ ਰਹੇ ਨੇ। ਸੰਸਾਰ ਰੂਪ ਸਮੁੰਦਰ ਵਿਸ਼ੇ ਰੂਪ ਜਲ ਦੇ ਨਾਲ ਲਬਾਲਬ ਭਰਿਆ ਹੈ। ਬਿਨ ਹਰ ਕਿਉ ਸੁਖ ਪਾਈਆ। ਐਸੇ ਦੁੱਖ ਰੂਪ ਸੰਸਾਰ ਵਿੱਚ ਪਰਮਾਤਮਾ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਕਿਵੇਂ ਆਤਮਿਕ ਸੁਖ ਪਾਈਏ? ਭਾਵ ਸੁਖ ਪ੍ਰਾਪਤ ਨਹੀਂ ਹੋ ਸਕਦੇ। ਨਾਨਕ ਪੂਛ ਚਲੋ ਗੁਰ ਆਪਣੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਹੜੀ ਗੱਲ ਦਾ ਆਪ ਨੂੰ ਪਤਾ ਨਾ ਹੋਵੇ ਤਾਂ ਆਪਦੇ ਗੁਰੂ ਦੇ ਕੋਲੋਂ ਪੁੱਛ ਲੈਣੀ ਚਾਹੀਦੀ ਹੈ। ਗੁਰੂ ਤੇ ਪੀਰ ਹਮੇਸ਼ਾ ਹੀ ਸਿਆਣਾ ਹੁੰਦਾ ਹੈ। ਆਪਦੀ ਮਾਂ ਨੂੰ ਪੁੱਛੋ, ਆਪਦੇ ਪਿਓ ਨੂੰ ਪੁੱਛੋ, ਦਾਦੇ ਨੂੰ ਪੁੱਛੋ, ਕੋਈ ਸਿਆਣਾ ਬਜ਼ੁਰਗ ਹੈ ਉਸ ਨੂੰ ਪੁੱਛੋ। ਸੋ ਆਪਦੇ ਗੁਰੂ ਅਕਾਲ ਪੁਰਖ ਤੋਂ ਪੁੱਛ ਕੇ ਚੱਲਣਾ ਕਰੋ। ਗੁਰੂ ਨਾਨਕ ਸਾਹਿਬ ਦਾ ਗੁਰੂ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਹੈ। ਜਹ ਪ੍ਰਭ ਤਹੀਂ ਜਾਈਐ। ਜਿੱਥੇ ਪਰਮਾਤਮਾ ਆਪ ਵਸ ਰਿਹਾ ਹੈ ਉੱਥੇ ਹੀ ਗੁਰੂ ਦੇ ਉਪਦੇਸ਼ ਨੂੰ ਭਾਣਾ ਮੰਨ ਕੇ ਤੇ ਭਗਤੀ ਕਰਕੇ ਜਾਣਾ ਕਰੀਏ। ਅਸੁਨ ਆਉ ਪੇਰਾ। ਸਰਦ ਰੁੱਤ ਦੇ ਪਹਿਲੇ ਅੱਸੂ ਦੇ ਮਹੀਨੇ ਦੁਆਰਾ ਆ ਜਿਹੜਾ ਹੁਣ ਮਹੀਨਾ ਚੱਲ ਰਿਹਾ ਹੈ 16 ਤਰੀਕ ਦੀ ਸੰਗਰਾਂਦ ਲੰਘ ਕੇ ਗਈ ਹੈ। ਉਸੇ ਦਿਨ ਹੀ 10ਵੀਂ ਸੀਗੀ। ਅੱਸੂ ਦਾ ਮਹੀਨਾ 16 ਤਾਰੀਖ ਤੋਂ ਪ੍ਰਾਰੰਭ ਹੈ। ਅੱਜ 21 ਤਰੀਕ ਹੈ। 5 ਦਿਨ ਅੱਸੂ ਦਾ ਮਹੀਨਾ ਉੱਪਰ ਚਲਾ ਗਿਆ। ਇਹ ਸਰਦੀ ਰੁੱਤ ਦਾ ਪਹਿਲਾ ਮਹੀਨਾ ਹੈ। ਸਰਦੀ ਪ੍ਰਾਰੰਭ ਹੋਈ ਹੈ। ਸਤਿਗੁਰੂ ਜੀ ਇਸ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਉਹ ਪਤੀ ਦੇ ਵਿਛੋੜੇ ਵਾਲੀ ਇਸਤਰੀ ਸਾ ਧਨ ਚੋਰ ਮੋਈ। ਉਹ ਜਿਹੜੀ ਵਿਛੜੀ ਇਸਤਰੀ ਹੈ ਪਤੀ ਤੋਂ ਝੁਰ ਝੁਰ ਕੇ ਰੋਣੇ ਵਿੱਚ ਰੋ ਰੋ ਕੇ ਮਰਨ ਵਰਗੀ ਹੋ ਕੇ ਕਹਿੰਦੀ ਹੈ ਕਿ ਆਓ ਪਿਰਾ, ਹੇ ਪਰਦੇਸ ਗਏ ਪਤੀ ਤੁਸੀਂ ਹੁਣ ਤਾਂ ਆ ਜਾਵੋ। ਤਾਂ ਮਿਲੀਐ ਪ੍ਰਭ ਮੇਲੇ। ਇਹ
ਪਤੀ ਪਰਮੇਸ਼ਰ, ਜੇਕਰ ਤੂੰ ਆਪ ਆਪਣੇ ਨਾਲ ਮਿਲੇ ਤਾਂ ਹੀ ਤੇਰੇ ਨਾਲ ਮਿਲ ਸਕੀਦਾ ਹੈ। ਦੂਜੈ ਭਾਏ ਖੁਈ, ਮੈਂ ਤਾਂ ਦ્વੈਤ ਭਾਵ ਦੁਚਿੱਤੇਪੁਣੇ ਵਿੱਚ ਹੀ ਭੁੱਲੀ ਹੋਈ ਹਾਂ। ਝੂਠ ਵਿਗੁਤੀ ਤਾਂ ਫਿਰ ਮੁਕਤੀ, ਹੇ ਪਤੀ ਤੇਰੇ ਨਾਮ ਮਿਲਣ ਵਿੱਚ ਤੇਰਾ ਦੋਸ਼ ਨਹੀਂ ਹੈ, ਕਿਉਂਕਿ ਬਾਣੀ ਵਿੱਚ ਲਿਖਿਆ ਹੈ ਦੱਦਾ ਦੋਸ ਨਾ ਦੇਓ ਕਿਸ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਜਿਹੜੀ ਜਨਾਨੀ ਆਪਦੇ ਘਰ ਵਾਲੇ ਦੇ ਸਾਹਮਣੇ ਝੂਠ ਬੋਲਦੀ ਹੈ, ਬਾਹਰ ਤਾਂ ਭਲਾ ਚੱਲ ਜਾਂਦਾ, ਘਰ ਵਾਲੇ ਕੋ ਨਹੀਂ ਚੱਲਦਾ, ਉਹ ਖਰਾਬ ਹੀ ਹੋ ਜਾਂਦੀ ਹੈ, ਜ਼ਿੰਦਗੀ ਉਹਦੀ ਬਰਬਾਦ ਹੋ ਜਾਂਦੀ ਹੈ। ਸੋ ਮੈਂ ਝੂਠ ਦੇ ਵਿੱਚ ਖਰਾਬ ਹੋ ਰਹੀ ਹਾਂ, ਤਾਂ ਹੀ ਤਾਂ ਤੂੰ ਮੈਨੂੰ ਛੱਡਿਆ ਹੋਇਆ। ਇਹ ਪਤੀ ਜੀ ਉਹ ਕਹੈ ਕਹਾਂ ਸੇ ਭੁਲੇ, ਆਪ ਜੀ ਨੇ ਇਤਨਾ ਲੰਮਾ ਸਮਾਂ ਪਰਦੇਸ ਵਿੱਚ ਲਾਇਆ ਕਿ ਇੱਥੇ ਪਿਲਸ਼ੀ ਸਰਕੜਾ ਤੇ ਕਾਈ ਦੇ ਫੁੱਲਾਂ ਬਰਾਬਰ ਮੇਰੇ ਕੇਸ ਵੀ ਚਿੱਟੇ ਹੋ ਰਹੇ ਨੇ। ਭਵਰ ਗਏ ਬਗ ਬੈਠੇ ਆਏ, ਕਾਲੇ ਕੇਸ ਭਵਰਿਆਂ ਦੀ ਤਰ੍ਹਾਂ ਚਲੇ ਗਏ, ਬਤੀਤ ਹੋ ਗਏ, ਤੇ ਹੁਣ ਜਿਹੜੇ ਬਗਲੇ ਦੀ ਤਰ੍ਹਾਂ ਚਿੱਟੇ ਕੇਸ ਆ ਗਏ ਹਨ। ਆਗੇ ਕਾਮ ਪਿਛੈ ਰੁੱਤ ਜਾਟਾ, ਪਹਿਲਾਂ ਜੇਠ ਹਾੜ ਦੀ ਲੰਘੀ ਰੁੱਤ ਵਿੱਚ ਬਹੁਤ ਤਪਸ਼ ਗਰਮੀ ਸੀ, ਤੇ ਹੁਣ ਪਿਛਲੀ ਰੁੱਤ ਆ ਹੁਣ ਸਰਦੀ ਦੀ, ਇਹਦੇ ਗਰਮੀ ਤੋਂ ਮਗਰੋਂ ਠੰਡ ਵਾਲੀ ਸਰਦ ਰੁੱਤ ਆ ਰਹੀ ਹੈ। ਜਾਡਾ ਨਾਮ ਹੈ ਠੰਡ ਦਾ, ਸਰਦੀ ਦਾ। ਦੇਖ ਜਲਤ ਮਨ ਡੋਲੇ, ਰੱਬ ਦੀ ਇਸ ਕੁਦਰਤ ਨੂੰ ਕਿ ਸਮਾਂ ਤਬਦੀਲ ਹੁੰਦਾ ਜਾਂਦਾ ਹੈ, ਇਹ ਕੌਤਕ ਨੂੰ ਵੇਖ ਕੇ ਮੇਰਾ ਮਨ ਅਨਸਥਿਰ ਹੋ ਰਿਹਾ ਹੈ। ਤੈ ਦਿਸ ਸਾਖ ਹਰੀ ਹਰਿਆਵਲ, ਦਸੇ ਦਿਸ਼ਾਵਾਂ ਭਾਵ ਚਾਰ ਛਪੇਰੇ, ਹਰੀ ਖੇਤੀ, ਹਰੀਆਵਲ ਹਰਿਆਵਲਤਾ ਦੀ ਸਹਿਤ ਹੋ ਰਹੀ ਹੈ। ਸਹਿਜ ਪਕੈ ਸੋ ਮੀਠਾ, ਜੋ ਅੰਨ ਸੁਭਾਵਕ ਸਨੇ ਸਨੇ ਹੌਲੀ ਹੌਲੀ ਪੱਕਦਾ, ਉਹੀ ਮਿੱਠਾ ਤੇ ਸਵਾਦਲਾ ਬਣਦਾ ਹੈ। ਮੈਂ ਗੋਰਿਆਂ ਦੇ ਦੇਸ਼ ਵਿੱਚ ਜਾ ਕੇ ਸਪੈਸ਼ਲ ਇਹ ਗੱਲ ਨੂੰ ਪਰਖਿਆ ਹੈ। ਵੇਖਣ ਨੂੰ ਸੇਬ ਬੜੇ ਮੋਟੇ ਤੇ ਲਾਲ ਸੁਰਖ ਦਿਖਣਗੇ, ਪਰ ਚੱਕ ਵੱਡੋ ਤੇ ਬਿਲਕੁਲ ਬਕ ਬਗੇ। ਇੰਡੀਆ ਦੇ ਸੇਬ ਭਾਵੇਂ ਵੇਖਣ ਨੂੰ ਸੁੱਕੇ ਜੇ ਹੋਣਗੇ, ਪਰ ਹੋਣਗੇ ਬੜੇ ਮਿੱਠੇ, ਕਿਉਂਕਿ ਆਪਦੀ ਰੁੱਤ ਮੁਤਾਬਕ ਆਪਦੇ ਸਮੇਂ ਮੁਤਾਬਕ ਪੱਕੇ ਨੇ। ਉੱਥੇ ਟੀਕੇ ਲਾ ਲਾ ਕੇ ਤੇ ਡੁਪਲੀਕੇਟ ਟੈਂਪਰੇਚਰ ਦੇ ਕੇ ਚੀਜ਼ਾਂ ਨੂੰ ਪਕਾਇਆ ਜਾਂਦਾ ਹੈ ਆਪਦੀ ਮਰਜ਼ੀ ਦੇ ਨਾਲ। ਜੋ ਬੰਦਾ ਆਪਦੀ ਮਰਜ਼ੀ ਨਾਲ ਕਰੇ ਕੁਦਰਤ ਦੇ ਨਿਯਮ ਤੋਂ ਉਲਟ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਕਜਾ ਕੁਦਰਤ ਦੀ ਮੌਸਮ ਦੇ ਨਾਲ ਚੀਜ਼ ਨੇ ਪੱਕਣਾ, ਕਜਾ ਆਪਦੀ ਮਰਜ਼ੀ ਨਾਲ ਟੈਂਪਰੇਚਰ ਦੇ ਕੇ ਪਕਾਉਣਾ। ਕੁਝ ਵੀ ਹੈ ਲਾ ਲਓ, ਸਮੇਂ ਤੋਂ ਪਹਿਲਾਂ ਤਾਂ ਕੁਛ ਵੀ ਚੰਗਾ ਨਹੀਂ। ਤੋ ਜਿਹੜਾ ਅੰਨ ਹੌਲੀ ਹੌਲੀ ਕਣਕ, ਝੋਨਾ, ਧਾਨ, ਚਾਵਲ ਕੁਛ ਵੀ ਹੈ, ਮੱਕੀ ਆਦਿਕ ਹੌਲੀ ਹੌਲੀ ਪੱਕਦੇ, ਉਹੀ ਮਿੱਠੇ ਦੇ ਸਵਾਦਲੇ ਬਣਦੇ ਹਨ। ਇਸੇ ਪ੍ਰਕਾਰ ਇਹ ਤਾਂ ਸੀ ਬਾਹਰੀ ਅਰਥ, ਹੁਣ ਅੰਤਰੀਵ ਅਰਥ ਸਰਵਣ ਕਰੋ। ਸੁਣਿਆਓ ਪਿਰਾ, ਹਰੀ ਦੀ ਪ੍ਰਾਪਤੀ ਦੀ ਆਸਾ ਰੂਪ ਅਸੂ ਦਾ ਮਹੀਨਾ ਹੈ। ਇਸ ਵਿੱਚ ਸਾ ਧਨ ਚੂਰ ਮੋਈ, ਉਹ ਜਿਹੜੀ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਮੈਂ ਪ੍ਰਭੂ ਪਤੀ ਦੇ ਵਿਛੋੜੇ ਕਰਕੇ ਝੁਰ ਝੁਰ ਕੇ ਮਰ ਰਹੀ ਹਾਂ। ਆਓ ਫਿਰਾ, ਹੇ ਪਤੀ ਪਰਮਾਤਮਾ, ਹੁਣ ਤਾਂ ਆ ਜਾਓ ਜੀ, ਆ ਕੇ ਸਾਖਿਆਤਕਾਰ ਹੋ ਜਾਓ। ਹੁਣ ਤਾਂ ਮੈਂ ਬੁੱਢਾ ਹੋ ਗਿਆ। ਧੰਨ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਬੁੱਢਾ ਹੋਆ ਸੇਖ ਬਰੀਦ ਕੰਬਨ ਲੱਗੀ ਦੇ, ਜੇ ਸੋ ਵਰਿਆ ਜੀਵਨਾ ਵੀ ਤਨ ਹੋ ਸੀਖੇ, ਤਨ ਸੁੱਕਾ ਪਿੰਜਰ ਥੀਆ।
ਤੇਰਾ ਨਾਮ ਜਪਦਿਆਂ ਜਪਦਿਆਂ ਹੁੰਦਾ ਸਰੀਰ ਵੀ ਸੁੱਕ ਕੇ ਪਿੰਜਰੇ ਦੀ ਤਰ੍ਹਾਂ ਹੋ ਗਿਆ। ਤਲੀਆਂ ਖੁੰਡਾ ਹੈ ਕਾਗ, ਕਾਵਾਂ ਨੇ ਤਲੀਆਂ ਜੋ ਮਾਸ ਚੁੰਡ ਲਿਆ ਹੈ। ਇਹ ਦੋਏ ਨੈਣਾ ਮਤ ਛੋਹ ਫਿਰ ਦੇਖਣ ਕੀ ਆਸ। ਹੁਣ ਦੀ ਅੱਖਾਂ ਦੇ ਡੇਲਿਆਂ ਨੂੰ ਵੀ ਉਹ ਚੁੰਝ ਮਾਰਨ ਲੱਗ ਪਏ ਨੇ। ਇਹ ਪਤੀ ਪਰਮਾਤਮਾ ਤੇਰੇ ਦਰਸ਼ਨਾਂ ਦੀ ਇੱਛਾ ਜੇ ਵੀ ਮੇਰੇ ਮਨ ਵਿੱਚ ਹੈ। ਹੁਣ ਤਾਂ ਮਿਲ ਪਾ ਮਹਾਰਾਜ, ਤਾਂ ਮਿਲਿਆ ਪ੍ਰਭ ਮਿਲੇ। ਇਹ ਪਰਮਾਤਮਾ ਜੇਕਰ ਤੂੰ ਆਪ ਖੁਦ ਆਪਣੇ ਨਾਲ ਮਿਲਣਾ ਕਰੇ ਤਾਂ ਹੀ ਤੇਰੇ ਨਾਲ ਮਿਲੀਦਾ ਹੈ। ਜਾਂ ਮਹਾਤਮਾ ਰੂਪ ਸਖੀ ਕਹਿੰਦੀ ਹੈ ਕਿ ਜੇਕਰ ਪਰਮਾਤਮਾ ਆਪ ਤੈਨੂੰ ਕੁਸੰਗਤ ਵਿਸ਼ਿਆਂ ਵੱਲੋਂ ਰੋਕ ਕੇ ਆਪਣੇ ਨਾਲ ਮਿਲਣਾ ਕਰੇ ਤਾਂ ਹੀ ਉਸ ਨਾਲ ਮਿਲ ਸਕਦੀ ਹੈ। ਦੂਜਾ ਭਾਏ ਖੁਈ, ਪਰ ਤੂੰ ਤਾਂ ਦ્વੈਤ ਭਾਵ ਦੇ ਵਿੱਚ ਪਤੀ ਪਰਮਾਤਮਾ ਦੇ ਸਰੂਪ ਦੇ ਵੱਲੋਂ ਭੁੱਲ ਰਹੀ ਹੈ। ਝੂਠ ਵਿਗੁਤੀ ਤਾਂ ਫਿਰ ਮੁਕਤੀ। ਝੂਠ ਆਦਿਕ ਅਸ਼ੁਭ ਗੁਣਾਂ ਕਰਕੇ ਖਰਾਬ ਜੀਵਨ ਵਾਲੀ ਹੋ ਰਹੀ ਹੈ। ਤਾਂ ਹੀ ਤਾਂ ਔਗਣ ਹਰੀ ਜਾਣ ਕੇ ਪਤੀ ਪਰਮਾਤਮਾ ਨੇ ਤੈਨੂੰ ਛੱਡ ਦਿੱਤਾ ਹੈ। ਉਹ ਕਾਹ ਸੇ ਭੁਲੇ, ਪਿਲਸ਼ੀ ਤੇ ਕਾਈ ਦੇ ਫੁੱਲਾਂ ਜਿਹੇ ਤੇਰੇ ਕੇਸ ਵੀ ਚਿੱਟੇ ਹੋ ਰਹੇ ਨੇ। ਜਾਂ ਪਿਲਸ਼ੀ ਦੀ ਤਰ੍ਹਾਂ ਕੇਸ ਤੇ ਕਾਹੀ ਦੀ ਤਰ੍ਹਾਂ ਦਾੜੀ ਚਿੱਟੀ ਹੋ ਰਹੀ ਹੈ। ਭਾਵ ਬਿਰਧ ਅਵਸਥਾ ਛਾਲਾਂ ਮਾਰਦੀ ਆ ਰਹੀ ਹੈ। ਆਗੇ ਕਾਮ ਪਿਛੈ ਰੁੱਤ ਜਾਡਾ। ਪਹਿਲਾਂ ਤੇਰੀ ਜਵਾਨੀ ਦੀ ਅਵਸਥਾ ਰੂਪ ਜਿਹੜੀ ਰੁੱਤ ਉਹਦੇ ਵਿੱਚ ਅਗਿਆਨ ਦੇ ਸੂਰਜ ਕਰਕੇ ਤ੍ਰਿਸ਼ਨਾ ਦੀ ਧੁੱਪ ਪੈ ਰਹੀ ਸੀ, ਤੇ ਹੁਣ ਪਿਛਲੀ ਢਲਦੀ ਜਵਾਨੀ ਯਾਨੀ ਬਿਰਧ ਅਵਸਥਾ ਰੂਪ ਰੁੱਤ ਵਿੱਚ ਜੜਤਾ ਰੂਪ ਪਾਲਾ ਪੈਣ ਲੱਗ ਜਾਵੇਗਾ। ਅਤੇ ਦੇਖ ਚਲਤ ਮਨ ਡੋਲੇ। ਬਿਰਧ ਅਵਸਥਾ ਦੇ ਕੌਤਕ ਦੇਖ ਕੇ ਮਨ ਡੋਲਦਾ ਹੈ ਕਿ ਹੁਣ ਸਾਧਨ ਵੀ ਨਹੀਂ ਹੋ ਸਕਦੇ ਹਨ। ਇਸ ਕਰਕੇ ਇੱਕ ਆਸ ਹੈ। ਉਹ ਕਹਿੰਦੀ ਹਾਂ ਦਹਿ ਦਿਸ ਸਾਖ ਹਰੀ ਹਰਿਆਵਲ। ਦਸ਼ੇ ਦਸ਼ਾਵਾਂ ਵਿੱਚ ਵੇਦ ਸ਼ਾਸਤਰ ਸਾਖਾਂ ਦੀ ਤਰ੍ਹਾਂ ਹਰੀ ਦੀ ਗਵਾਹੀ ਦਿੰਦੇ ਹਨ। ਜਾਂ ਭਗਤਾਂ ਦੇ ਹਿਰਦੇ ਹਰੀ ਦੇ ਸ਼ੁਭ ਗੁਣਾਂ ਦੀ ਖੇਤੀ ਨਾਲ ਹਰਿਆਵਲਤਾ ਦੇ ਸਹਿਤ ਹੋਏ ਹਨ। ਜਾਂ ਦਸੇ ਦਸ਼ਾਵਾਂ ਵਿੱਚ ਜੋ ਹਰੀ ਦੀ ਸਤਸੰਗਤ ਹੈ ਇਹ ਖੇਤੀ ਦੀ ਤਰ੍ਹਾਂ ਹੈ। ਇਸ ਵਿੱਚ ਪਰਮੇਸ਼ਰ ਦੇ ਨਾਮ ਗੁਣਾਂ ਦੀ ਹਰਿਆਵਲਤਾ ਹੈ। ਸਹਿਜ ਪੱਕਾ ਸੋ ਮੀਠਾ। ਜੋ ਵੀ ਇਸ ਵਿੱਚ ਆ ਕੇ ਸਹਿਜੇ ਸਹਿਜੇ ਸਿਧਾਂਤ ਨੂੰ ਧਾਰਨ ਕਰਦਾ ਹੈ ਉਹ ਨਾਮ ਦਾ ਅਭਿਆਸ ਕਰਦਾ ਹੈ। ਉਸ ਵਿੱਚ ਆਤਮਾ ਆਨੰਦ ਦਾ ਮਿੱਠਾ ਰਸ ਭਰ ਜਾਂਦਾ ਹੈ। ਜਾਂ ਜਿਸ ਦੀ ਸਾਧਨਾ ਦੀ ਅਵਸਥਾ ਪਰਪੱਕ ਹੋ ਜਾਂਦੀ ਹੈ, ਭਾਵ ਮਨ ਸਹਿਜ ਅਵਸਥਾ 'ਚ ਸਥਿਤ ਹੋ ਜਾਂਦਾ ਹੈ, ਉਸ ਦੇ ਅੰਦਰ ਮਿੱਠਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸੁਨ ਮਿਲਹੁ ਪਿਆਰੇ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਅਸੂ ਦੇ ਮਹੀਨੇ ਦੁਆਰਾ ਉਪਦੇਸ਼ ਕਥਨ ਕਰਦੇ ਨੇ। ਜਾਂ ਹੇ ਹਰੀ ਤੇਰੀ ਆਸਾ ਰੂਪ ਮਨੁੱਖਾ ਜਨਮ ਰੂਪ ਅਸੂ ਦੇ ਮਹੀਨੇ ਵਿੱਚ ਸਰਬ ਔਰ ਸੇ ਰਹਿਤ ਹੋ ਕੇ ਤੇਰਾ ਨਾਮ ਸਰਵਣ ਕਰਦੀ ਪਈ ਹਾਂ। ਹੇ ਪਿਆਰੇ ਤੂੰ ਮੈਨੂੰ ਮਿਲੋ, ਆ ਕੇ ਮਿਲਣਾ ਕਰੋ ਜੀ। ਸਤਿਗੁਰ ਭਈ ਬਸੀਠਾ। ਕਿਉਂਕਿ ਹੁਣ ਸਤਿਗੁਰੂ ਸਾਹਿਬ ਜੀ ਮੇਰੇ ਵਿਚੋਲੇ ਜੂ ਹੋ ਗਏ ਨੇ। ਜਾਂ ਹਰੀ ਦੀ ਆਸਾ ਰੂਪ ਅਸੂ ਦੇ ਮਹੀਨੇ 'ਚ ਜਿਨ੍ਹਾਂ ਨੂੰ ਗੁਰੂ ਰੂਪ ਵਕੀਲ ਪ੍ਰਾਪਤ ਹੋਏ ਨੇ ਉਹ ਪਿਆਰੇ ਹਰੀ ਨਾਲ ਮਿਲਦੇ ਹਨ। ਕੱਤਕ ਕਿਰਤ ਪਿਆ। ਸਰਦ ਰੁੱਤ ਦੇ ਦੂਸਰੇ ਕੱਤਕ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ। ਜਾਂ ਨਿਤ ਨਿਮਿਤ ਕਰਮਾਂ ਨੂੰ ਕੱਤਣ ਵਾਲਾ ਜੀਵ ਕੱਤਕ ਦੇ ਮਹੀਨੇ ਦੀ ਤਰ੍ਹਾਂ ਹੈ। ਇਸ ਦੇ ਹਿਰਦੇ ਰੂ ਮਸਤਕ ਉੱਪਰ ਉਹੀ ਕਰਮ ਪਿਆ ਹੈ ਜੋ ਪ੍ਰਭ ਪਾਇਆ। ਜਿਹੜਾ ਪਾਉਣਾ ਪਰਮਾਤਮਾ ਨੂੰ ਚੰਗਾ ਲੱਗਾ ਹੈ। ਜਾਂ ਜੋ ਜੀਵ ਪ੍ਰਭੂ ਨੂੰ ਚੰਗਾ ਲਗਾਇਆ ਉਸ ਦੇ ਮੱਥੇ ਤੇ ਪ੍ਰਭੂ ਆਪਣੀ ਕੀਰਤਨ ਭਗਤੀ ਦਾ ਕਰਮ ਲਿਖ ਪਾਉਂਦਾ ਹੈ।
ਜਿਵੇਂ ਕੱਤਕ ਦੇ ਮਹੀਨੇ ਵਿੱਚ ਕਈ ਲੋਕ ਦੀਵੇ ਬਣਾ ਕੇ ਜਗਾਉਂਦੇ ਜਾਂ ਪਾਣੀ ਵਿੱਚ ਤਾਰਦੇ ਹੁੰਦੇ ਨੇ, ਉਸੇ ਮਨਮਤ ਦਾ ਸੁਧਾਰ ਕਰਨ ਲਈ ਗੁਰਮਤਿ ਅਨੁਸਾਰ ਗੁਰੂ ਜੀ ਦੱਸਦੇ ਹਨ ਕਿ ਦੀਪਕ ਸਹਿਜ ਬਲ ਉਸ ਦੇ ਹਿਰਦੇ ਅੰਦਰ ਸ਼ਾਂਤੀ ਪੂਰਵਕ ਗਿਆਨ ਰੂਪੀ ਦੀਵਾ ਜਗਾਉਂਦਾ ਹੈ। ਤਤ ਜਲਾਇਆ ਅਤੇ ਉਸ ਦੀਵੇ ਵਿੱਚ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਸਾਰ ਪ੍ਰੇਮ ਰੂਪ ਤੇਲ ਪਾ ਕੇ ਬ੍ਰਹਮਾਕਾਰ ਬਿਰਤੀ ਰੂ ਬੱਤੀ ਤੇ ਗੁਰਾਂ ਦੀ ਸਿੱਖਿਆ ਰੂਪ ਸੀਖ ਨਾਲ ਤੀਲੀ ਨਾਲ ਜਲਾਉਣਾ ਕੀਤਾ ਹੈ। ਦੀਪਕ ਰਸ ਤੇਲੋ ਧਨ ਪੇਰ ਮੇਲੋ ਜਿਨ੍ਹਾਂ ਨੇ ਐਸਾ ਗਿਆਨ ਰੂਪ ਦੀਵਾ ਤਤ ਸਾਰ ਗ੍ਰਹਿਣ ਰੂਪ ਪ੍ਰੇਮ ਰੂਪ ਤੇਲ ਪਾ ਕੇ ਜਲਾਉਣਾ ਕੀਤਾ ਹੈ, ਤਿਸ ਜਗਿਆਸੂ ਰੂਪ ਇਸਤਰੀ ਦਾ ਪਰਮਾਤਮਾ ਰੂਪ ਪਤੀ ਦੇ ਨਾਲ ਮਿਲਾਪ ਹੋ ਜਾਂਦਾ ਹੈ। ਧੰਨਿਓ ਮਾਹ ਸਰਸੀ ਫਿਰ ਉਹ ਜਗਿਆਸੂ ਰੂਪ ਇਸਤਰੀ ਉਤਸ਼ਾਹ ਦੇ ਨਾਲ ਆਨੰਦ ਦੇ ਸਹਿਤ ਹੋ ਜਾਂਦੀ ਹੈ, ਜਾਂ ਮਨ ਕਰਕੇ ਉਤਸ਼ਾਹ ਤੇ ਤਨ ਕਰਕੇ ਆਨੰਦ ਵਾਲੀ ਹੋਈ ਹੈ। ਅਵਗਣ ਮਾਰੀ ਮਰੈ ਨ ਸੀਜੈ ਜੋ ਜੀਵ ਰੂਪ ਇਸਤਰੀ ਕਾਮ ਗੁਰੂ ਅਦਾਦਿਕ ਗੁਨਾਹਾਂ ਦੀ ਮਾਰੀ ਭਾਵ ਦਬਾਈ ਹੋਈ ਹੈ, ਉਹ ਨਾ ਹੀ ਜੀਵਤ ਭਾਵ ਮੱਲੋਂ ਮਰਦੀ ਹੈ ਤੇ ਨਾ ਹੀ ਕਲਿਆਣ ਨੂੰ ਪ੍ਰਾਪਤ ਹੁੰਦੀ ਹੈ। ਗੁਣ ਮਾਰੀ ਤਾਂ ਮਰਸੀ ਜਿਸ ਨੇ ਸ਼ੁਭ ਗੁਣਾ ਕਰਕੇ ਆਪਣੀ ਅਹੰਤਾ ਮਾਰ ਲਈ, ਨਿਵਰਤ ਕਰ ਲਈ ਹੈ, ਤਦ ਉਹੀ ਜੀਵਤ ਭਾਵ ਵੱਲੋਂ ਮਰਦੀ ਹੈ। ਨਾਮ ਭਗਤ ਦੇ ਨਿਜ ਘਰ ਬੈਠੇ ਬੇਨਤੀ ਕਰੀਏ ਕਿ ਇਹ ਹਰੀ ਜਿਨ੍ਹਾਂ ਨੂੰ ਤੂੰ ਆਪਣਾ ਨਾਮ ਤੇ ਪ੍ਰੇਮਾ ਭਗਤੀ ਦੇਣਾ ਕੀਤੀ ਹੈ, ਉਹ ਆਪਣੇ ਸਵੈ ਸਰੂਪ ਰੂਪ ਘਰ ਦੇ ਵਿੱਚ ਸਥਿਤ ਹੋ ਗਏ ਹਨ। ਅਜ ਹੋ ਤੇ ਨਾੜੀ ਆਸਾ ਹੁਣ ਤੱਕ ਮੈਨੂੰ ਬਿਰਧ ਅਵਸਥਾ ਵਿੱਚ ਉਹਨਾਂ ਮਹਾਤਮਾ ਦੀ ਇੱਛਾ ਲੱਗੀ ਹੋਈ ਹੈ ਕਿ ਜੇਕਰ ਹੁਣ ਵੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਾਂਗ ਸ੍ਰੀ ਗੁਰੂ ਅੰਗਦ ਦੇਵ ਰੂਪ ਮਹਾਤਮਾ ਗੁਰੂ ਸਾਹਿਬ ਜੀ ਮਿਲ ਜਾਣ ਤਾਂ ਅਜੇ ਵੀ ਮੇਰਾ ਪਾਰ ਉਤਾਰਾ ਹੋ ਸਕਦਾ, ਕਿਉਂਕਿ 60 ਸਾਲ ਤੋਂ 2-3 ਸਾਲ ਪਹਿਲਾਂ ਹੀ ਅੱਜ ਕੱਲ੍ਹ ਗੌਰਮੈਂਟ ਰਿਟਾਇਰ ਕਰ ਦਿੰਦੀ ਹੈ, ਤੇ ਬੰਦਾ ਜੇ ਚੰਗਾ ਭਲਾ ਹੁੰਦਾ ਹੈ ਉਹਨੂੰ ਕੁਛ ਵੀ ਨਹੀਂ ਹੋਇਆ ਹੁੰਦਾ। ਮਤਲਬ ਰਿਟਾਇਰਮੈਂਟ ਤੋਂ ਬਾਅਦ ਵੀ ਆਪਾਂ ਵਿਹਲੇ ਹਾਂ ਬਿਲਕੁਲ, ਬਾਲ ਬੱਚਿਆਂ ਵੱਲੋਂ ਵੀ ਸਭ ਕੰਮਾਂ ਕਾਰਾਂ ਵੱਲੋਂ ਜੇ ਮਾਲਾ ਫੜ ਲਈਏ ਤੇ ਲੱਕ ਬੰਨ੍ਹ ਕੇ ਗੁਰੂ ਘਰ ਦੀ ਸੇਵਾ ਵਿੱਚ ਜੁਟ ਜਾਈਏ ਤੇ ਬਥੇਰੀ ਉਮਰ ਜੇ 40 ਸਾਲ 100 ਸਾਲ ਤੱਕ ਬੰਦਾ ਕਿਤੇ ਜਾਂਦਾ ਨਹੀਂ। ਤੇ ਇਸ ਵਾਸਤੇ ਚੰਗਾ ਭਲਾ ਹੋਵੇ, ਨਸ਼ਿਆਂ ਪਤਿਆਂ ਤੋਂ ਰਹਿਤ ਮਹਾਰਾਜ ਚੜ੍ਹਦੀ ਕਲਾ ਕਰਦਾ, ਰੱਬ ਦੀ ਕਿਰਪਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਦੀ ਮਰਜ਼ੀ ਨਾਲ 6 ਸਾਲ ਗੁਰੂ ਰਾਮਦਾਸ ਜੀ ਨੂੰ ਅਰਦਾਸ ਕੀਤੇ ਸੀਗੇ। ਪੁਰਾਣੇ ਬਜ਼ੁਰਗ ਜਿਨ੍ਹਾਂ ਹਲ ਵਾਹਿਆ, ਇੰਨੇ ਹੱਡ ਗੋਡੇ ਉਹਨਾਂ ਦੇ ਪੱਕੇ, ਤੁਰ ਤੁਰ ਕੇ ਵੇਖੋ ਗੰਗਾ ਤੇ ਜਾਂਦੇ ਰਹੇ, ਦੁੱਧ ਘਿਓ ਮਲਾਈਆਂ ਖਾ ਕੇ, ਕਸਰਤਾਂ ਕਰਕੇ, ਕੰਮ ਕਰ ਕਰਕੇ, ਤੇ ਸਰੀਰ ਨੂੰ ਜਿਨ੍ਹਾਂ ਨੇ ਕਮਾਇਆ ਹੈ। ਤੇ ਰੱਬ ਦੀ ਕਿਰਪਾ ਫਰੀਦ ਸਾਹਿਬ ਵੀ ਬੜਾ ਵੱਡਾ ਜਵਾਨ ਸੀਗਾ, ਵੇਖੋ ਰੰਗ ਬਣ ਗਿਆ, ਕਹਿੰਦੇ ਸਰੀਰ ਪਰ ਦਿਲ ਨਹੀਂ ਛੱਡਿਆ। ਤੇ ਮੇਰੇ ਵਰਗੇ ਉਹਨੂੰ ਮਾੜਾ ਜਿਹਾ ਕੋਈ ਖੰਘ ਜ਼ੁਕਾਮ ਲੱਗ ਜਾਏ, ਲੋਕ ਹੀ ਨਹੀਂ ਜੀਣ ਦਿੰਦੇ, ਆਖੇ ਜੀ ਕਰੋਨਾ ਹੋ ਗਿਆ। ਹੁਣ ਵੀ ਤਾਂ ਖੰਘ ਜ਼ੁਕਾਮ ਲੱਗਦੇ, ਹੁਣ ਕਰੋਨਾ ਕਿੱਥੇ ਗਿਆ। ਤੇ ਇਸ ਵਾਸਤੇ ਛੋਟੀ ਜੀ ਗੱਲ ਤੋਂ ਦਿਲ ਘਬਰਾ ਜਾਂਦਾ ਵੀ ਪਤਾ ਨਹੀਂ ਕਿਤੇ ਫਤਿਹ ਹੀ ਨਾ ਬੁਲਾ ਜਾਈਏ, ਡਰ ਜਾਈਦਾ। ਉਹ ਜਿਹੜਾ ਨਾ ਡਰੇ ਦੁਨੀਆ ਵਾਧੂ ਡਰਾ ਦਿੰਦੀ ਹੈ। ਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਨਹੀਂ, ਜੇ ਬਜ਼ੁਰਗ ਅਵਸਥਾ ਆ ਗਈ ਹੈ ਤੇ ਅਜੇ ਵੀ ਤੇਰੇ ਮਿਲਣ ਦੀ ਸਾਨੂੰ ਆਸਾ ਹੈ, ਇੱਛਾ ਲੱਗੀ ਹੋਈ ਹੈ ਕਿ ਜੇ ਹੁਣ ਵੀ ਤੂੰ ਕਿਰਪਾ ਕਰੇ ਸਾਥੋਂ ਕੁਛ ਕਰਾ ਲੈ ਭਲੇ ਦਾ ਕੰਮ, ਤੇ ਹੁਣ ਵੀ ਜੇ ਤੈਨੂੰ ਮਿਲ ਜਾਈਏ ਸਾਡਾ ਪਾਰ ਉਤਾਰਾ ਹੋ ਸਕਦਾ ਹੈ।
ਬੰਦੇ ਨੂੰ ਆਸਾ ਨਹੀਂ ਛੱਡਣੀ ਚਾਹੀਦੀ, ਦਿਲ ਨਹੀਂ ਛੱਡਣਾ ਚਾਹੀਦਾ। ਮਰਦੇ ਦਮ ਤੱਕ ਨਿਹੰਗ ਸਿੰਘ ਵੇਖੋ ਜਕਾਰੇ ਛੱਡਦੇ ਰਹਿੰਦੇ ਨੇ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ। ਨਾਨਕ ਮਿਲਹੁ ਕਪਟ ਦਰ ਖੋਲਹੁ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਥਨ ਕਰਦੇ, ਹੇ ਪ੍ਰਮਾਤਮਾ ਖੋਲ ਕਪਟ ਗੁਰ ਮੇਲੀਆ। ਆ ਹੁਣੇ ਅਰਦਾਸੀਏ ਨੇ ਦਰਵਾਜ਼ਾ ਖੋਲਿਆ। ਰੱਬ ਨੇ ਚਾਨਣ ਕੀਤਾ ਹੈ ਤੇ ਸਾਨੂੰ ਚਾਨਣ ਦਾ ਲੁਤਫ ਲੈਣਾ ਚਾਹੀਦਾ। ਦਿਨੇ ਵੀ ਦਰਵਾਜ਼ੇ ਬੰਦ ਕਰਕੇ ਬੈਠੇ ਰਹੋ। ਏਸੀ ਦਾ ਹੈ ਹੀ ਬਿਮਾਰੀ ਦਾ ਘਰ, ਜਿੰਨਾ ਤੋਂ ਬਚਿਆ ਜਾਏ। ਹੁਣ ਸੋਹਣਾ ਮੌਸਮ ਹੈ, ਏਸੀ ਨੂੰ ਭਰਾ ਬੰਦ ਕਰੋ ਤੇ ਦਰਵਾਜ਼ਾ ਖੋਲ੍ਹ ਕੇ ਕੁਦਰਤ ਦੇ ਮੌਸਮ ਦਾ ਆਨੰਦ ਲੈਣ ਦਾ ਸੁਭਾਅ ਹੋਣਾ ਚਾਹੀਦਾ ਹੈ। ਤੋ ਇਸ ਵਾਸਤੇ ਤੰਦਰੁਸਤੀ ਦੀ ਨਿਸ਼ਾਨੀ ਹੈ। ਕਪਟ ਦਾ ਮਤਲਬ ਹੈ ਦਰਵਾਜ਼ਾ। ਦਰਵਾਜ਼ਾ ਖੋਲ੍ਹ ਕੇ ਮਹਾਰਾਜ ਦੇ ਦਰ ਦੇ ਵਿੱਚੋਂ ਪ੍ਰਵੇਸ਼ ਕਰਕੇ ਆ ਕੇ ਗੁਰੂ ਸਾਹਿਬ ਨੂੰ ਮਿਲੋ। ਗੁਰਦੁਆਰੇ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣੇ ਚਾਹੀਦੇ ਨੇ। ਜਿੰਦਰੇ ਦਾ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਨਾਮੋ ਨਿਸ਼ਾਨ ਨਹੀਂ ਸੀਗਾ। ਆ ਤਾਂ ਹੁਣ ਹੀ ਆਪਾਂ ਲੋਕ ਲਾਗ ਜੇ ਲਾਉਣ ਲੱਗ ਪਏ ਆ। ਪੁਰਾਣੇ ਟਾਈਮਾਂ 'ਚ ਕੀ ਹੁੰਦਾ ਸੀ, ਉਹ ਮਾੜਾ ਜਿਹਾ ਬਾਲਾ ਲਾ ਕੇ ਅੱਗੇ ਇੱਟ ਰੱਖ ਦੇਣੀ। ਇਸ ਤਰ੍ਹਾਂ ਦੇ ਦਰਵਾਜ਼ੇ ਹੁੰਦੇ ਸੀਗੇ ਚੜ੍ਹਦੀ ਕਲਾ ਵਾਲੇ। ਤੋ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੇ ਉੱਥੇ ਖੁੱਲ੍ਹਾ ਲੰਗਰ ਚਲਾਇਆ। ਕਥਾ ਕੀਰਤਨ ਦਾ, ਨਾਮ ਅਭਿਆਸ ਦਾ ਵੀ ਤੇ ਪ੍ਰਤੱਖ ਵੀ, ਤੇ ਲੋਕ ਨਹੀਂ ਕੋਈ ਲਾਇਆ। ਇਉਂ ਦਰਵਾਜ਼ਿਆਂ ਦਾ ਮਤਲਬ ਹੈ ਵੀ ਖੁੱਲ੍ਹੇ। ਬਾਕੀ ਗੁਰੂ ਘਰ ਦੇ ਵਿੱਚ ਜਿੱਧਰ ਦੀ ਮਰਜ਼ੀ ਕੋਈ ਪ੍ਰਵੇਸ਼ ਕਰੇ। ਹਰਿਮੰਦਰ ਸਾਹਿਬ ਚਾਰੇ ਦਰਵਾਜ਼ੇ ਖੁੱਲ੍ਹੇ ਨੇ। ਤੋ ਇਸ ਵਾਸਤੇ ਖੋਲ ਕਪਟ ਗੁਰ ਮੇਲੀਆ। ਸਲੋਕ ਦਰਸ਼ਨ 82 ਦਿਨ ਰਾਤ ਚਿਤਵੋਂ ਅਨੰਦਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਦਰਵਾਜ਼ੇ ਕਿਹੜੇ ਨੇ? ਕੀ ਸਮਝਿਆ ਆਪਨੇ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੁਆਰਾ ਕਿਹੜਾ? ਹਰਿਮੰਦਰ ਕਿਹੜਾ? ਹਰਿਮੰਦਰ ਇਹੋ ਸਰੀਰ ਹੈ। ਦਰਵਾਜ਼ੇ ਕਿਹੜੇ ਨੇ? ਹਾਂ, ਮੁੱਖ ਦਰਵਾਜ਼ਾ ਹੈ, ਅੱਖਾਂ ਦਰਵਾਜ਼ੇ ਨੇ, ਕੰਨ ਦਰਵਾਜ਼ੇ ਨੇ। ਕਮ ਸੇ ਕਮ ਜਿਹੜੇ ਉੱਪਰ ਲੱਗੇ ਨੇ ਦਰਵਾਜ਼ਿਆਂ ਦੀ ਤਰ੍ਹਾਂ, ਇਹਨਾਂ ਨੂੰ ਤਾਂ ਖੋਲੋ। ਅੱਖਾਂ ਖੋਲ੍ਹ ਕੇ ਮਹਾਰਾਜ ਦੇ ਦਰਸ਼ਨ ਕਰੋ। ਕੰਨਾਂ ਦੀ ਜਿਹੜੀ ਬਿਰਤੀ ਹੈ ਉਹ ਮਹਾਰਾਜ ਦੇ ਕੀਰਤਨ ਕਥਾ ਵੱਲ ਰੱਖੋ। ਮੁੱਖ ਖੋਲ੍ਹ ਕੇ ਰਸਨਾ ਨੂੰ ਹਿਲਾਓ, ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੋ ਤੇ ਤਾਂ ਹੀ ਅੰਦਰ ਵੜੋਗੇ। ਜੇ ਦਰਵਾਜ਼ੇ ਨਹੀਂ ਖੁੱਲ੍ਹੇ ਤੇ ਅੰਦਰ ਵੜ ਕੇ ਮਹਾਰਾਜ ਨੂੰ ਦੇਖੋਗੇ ਕੀ? ਤੋ ਇਸ ਲਈ ਜਿਹੜੀਆਂ ਗਿਆਨ ਇੰਦਰੀਆਂ ਨੇ ਇਹਨਾਂ ਨੂੰ ਖੋਲ੍ਹ ਕੇ ਅੰਤःਕਰਨ ਦੇ ਵਿੱਚੋਂ ਰੱਬ ਦੇ ਦਰਸ਼ਨ ਪਾਉਣਾ ਕਰੋ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਲੌਜਿਕ ਦਿੱਤਾ ਹੈ। ਇਹ ਜੋ ਕਥਾ ਹੈ ਗੁਰੂ ਨਾਨਕ ਸਾਹਿਬ ਜੀ ਸੁਣਾ ਰਹੇ ਨੇ। ਏਕ ਘੜੀ ਖਟ ਮਾਸਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਕਿ ਹੇ ਪ੍ਰਮਾਤਮਾ, ਸਾਡੇ ਛਲ ਰੂਪ ਦਰਵਾਜ਼ੇ ਖੋਲ੍ਹਣਾ ਕਰੋ, ਜਾਂ ਸਾਡੇ ਦਰ ਅੰਦਰੋਂ ਪੰਜਾਂ ਕੋਸ਼ਾਂ ਜਾਂ ਆਸਾ ਅੰਦੇਸਾ ਦੋਏ ਪਟ ਜੜੇ ਇਹ ਤਖਤੇ ਖੋਲ੍ਹਣਾ ਕਰੋ ਤੇ ਛੇਤੀ ਛੇਤੀ ਸਾਨੂੰ ਮਿਲਣਾ ਕਰੋ। ਕਿਉਂਕਿ ਤੇਰੇ ਤੋਂ ਬਿਨਾ ਇੱਕ ਘੜੀ ਦਾ ਵਕਤ ਵੀ 6 ਮਹੀਨਿਆਂ ਵਰਗਾ ਲੱਗਦਾ ਹੈ। ਮੰਗਰ ਮਾਹੋ ਭਲਾ। ਸੀਸੀਅਰ ਰੁੱਤ ਦਾ ਪਹਿਲਾ ਮੱਘਰ ਦਾ ਮਹੀਨਾ ਜਿਹਦੇ 'ਚ ਬਰਫ਼ ਪੈਂਦੀ ਹੈ, ਉਹਨਾਂ ਲਈ ਚੰਗਾ ਹੈ। ਹਰ ਗੁਣ ਅੰਕ ਸਮਾਵਾਏ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਦੇ ਗੁਣ ਸਮਾ ਰਹੇ ਹਨ, ਇਸੇ ਪ੍ਰਕਾਰ ਮੰਗਰ ਮਾਹੋ ਭਲਾ। ਮੇਰਾ ਘਰ ਸਰੀਰ ਪਾ ਮਨੁੱਖਾ ਜਨਮ ਮਾਹੋ ਅਤਿਸ਼ੇ ਕਰਕੇ ਜਾਂ ਮਾਹੋ ਉਤਕ੍ਰਿਸ਼ਟ ਭਾ ਬਹੁਤ ਭਲਾ ਸ੍ਰੇਸ਼ਟ ਹੈ। ਅਰਥਾਤ ਮੇਰਾ ਮਨੁੱਖਾ ਜਨਮ ਰੂ ਮੱਘਰ ਦਾ ਮਹੀਨਾ ਹੋਰਨਾਂ ਜੂਨਾਂ ਤੋਂ ਅਤਿਅੰਤ ਸ੍ਰੇਸ਼ਟ ਹੈ। ਹਰ ਗੁਣ ਅੰਕ ਸਮਾਵਾਏ। ਜਿਸ ਵਿੱਚ ਹਿਰਦੇ ਅੰਦਰ ਪਰਮੇਸ਼ਰ ਦੇ ਗੁਣ ਤੇ ਨਾਮ ਸਮਾ ਜਾਂਦਾ ਹੈ। ਗੁਣਵੰਤੀ ਗੁਣ ਰਵੈ। ਗੁਣਾਂ ਵਾਲੇ
ਵਾਲੀ ਮਹਾਤਮਾ ਰੂਪ ਇਸਤਰੀ ਪਤੀ ਪਰਮਾਤਮਾ ਦੇ ਗੁਣ ਉਚਾਰਨ ਕਰਦੀ ਰਹਿੰਦੀ ਹੈ। ਮੈਂ ਫਿਰ ਨਿਹਚਲ ਪਾਵਾਂ। ਜਗਿਆਸੂ ਇਸਤਰੀ ਆਖਦੀ ਹੈ ਕਿ ਮੈਨੂੰ ਵੀ ਅਚਲ ਸਰੂਪ ਪਰਮਾਤਮਾ ਪਤੀ ਪਾਉਂਦਾ ਹੈ। ਨਿਹਚਲ ਚਤੁਰ ਸੁਜਾਨ ਵਿਦਾਤਾ। ਉਹ ਕਰਮ ਅਨੁਸਾਰ ਫਲ ਪ੍ਰਦਾਤਾ, ਸੁਜਾਨ ਅੰਤਰਜਾਮੀ, ਵਿਵਹਾਰਾਂ ਨੂੰ ਚਲਾਉਣ ਵਾਲਾ ਚਤੁਰ, ਜੜਤਾ ਤੋਂ ਰਹਿਤ ਅਤੇ ਅਚਲ ਸਰੂਪ ਹੈ। ਚੰਚਲ ਜਗਤ ਸਵਾਇਆ। ਬਾਕੀ ਸਾਰਾ ਸੰਸਾਰ ਹੀ ਚਲਾਈਮਾਨ ਹੈ। ਗਿਆਨ ਧਿਆਨ ਗੁਣ ਅੰਕ ਸਮਾਣੇ। ਜਿਨ੍ਹਾਂ ਮਹਾਤਮਾ ਦੇ ਹਿਰਦੇ ਵਿੱਚ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਤੇ ਸਤ ਸੰਤੋਖ ਆਦਿ ਗੁਣ ਸਮਾਏ ਹੋਏ ਹਨ, ਪ੍ਰਭ ਭਾਣੇ ਤਾਂ ਪਾਇਆ। ਉਹ ਪ੍ਰਭੂ ਨੂੰ ਭਾ ਗਏ ਨੇ ਤੇ ਪ੍ਰਭੂ ਉਹਨਾਂ ਨੂੰ ਭਾ ਗਿਆ ਹੈ। ਗੀਤ ਨਾਦ ਕਵਿਤ ਕਵੇ ਸੁਣ। ਕਵਿਤ ਬਹੁ ਵਚਨ। ਉਹ ਮਹਾਤਮਾ ਇਸਤਰੀ ਦਾ ਸੰਸਾਰੀ ਗੀਤ ਨਾਦ ਬਾਜੇ, ਕਵੇ ਕਵੀਆਂ ਦੀ ਕਵਿਤ ਕਵਿਤਾਵਾਂ ਦੇ ਸ਼ਰਵਣ ਕਰਨ ਤੋਂ ਬਿਨਾ ਰਾਮ ਨਾਮ ਦੁਖ ਭਾਗਾ। ਪਰਮੇਸ਼ਰ ਦੇ ਨਾਮ ਵਿੱਚ ਜੁੜਨ ਨਾਲ ਜੰਮਨ ਮਰਨ ਦਾ ਦੁੱਖ ਭੱਜ ਜਾਂਦਾ ਹੈ। ਇਸੇ ਪ੍ਰਕਾਰ ਗੀਤ ਨਾਦ ਕਵਿਤ ਕਵੇ ਸੁਣ। ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣ ਕਰਕੇ, ਗੁਰਾਂ ਦੇ ਸ਼ਬਦ ਦਾ ਕੀਰਤਨ ਕਰਨ ਨਾਲ, ਦੇਵੀ ਕਵੀਆਂ ਦੀ ਮਿਲਾਵਟਾਂ ਵਾਲੀ ਕਵਿਤਾ ਨੂੰ ਸ਼ਰਧਾ ਤੇ ਭਰੋਸੇ ਰੂਪ ਕੰਨਾਂ ਨਾਲ ਸਰਵਣ ਕਰਕੇ ਰਾਮ ਨਾਮ ਦੁਖ ਭਾਗਾ। ਰਸਨਾ ਨਾਲ ਰਮੰਤੀ ਸਾ ਰਾਮ ਪਰਮਾਤਮਾ ਦਾ ਨਾਮ ਉਚਾਰ ਕੇ ਦੁੱਖ ਭੱਜ ਜਾਂਦਾ ਹੈ। ਕੌੜੀ ਮਹੱਲਾ ਪੰਜਵਾ। ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ। ਆਠ ਪਹਿਰ ਆਰਾਧੀਐ, ਪੂਰਨ ਸਤਿਗੁਰ ਗਿਆਨ। ਇਸੇ ਪ੍ਰਕਾਰ ਗੀਤ ਨਾਦ ਕਵਿਤ ਕਵੇ ਸੁਣ। ਗੀਤ ਭਾਵ ਜਸ ਗਾਉਣ ਵਾਲੇ, ਨਾਦ ਭਾਵ ਸ਼ਬਦ ਗਾਉਣ ਵਾਲੇ ਕੀਰਤਨੀਏ, ਕਵਿਤਾ ਉਚਾਰਨ ਵਾਲੇ ਕਵੀ, ਕਵੀਸ਼ਰ ਆਦਿਕ ਦਾ ਰਾਮ ਨਾਮ ਦੁਖ ਭਾਗਾ। ਰਾਮ ਨਾਮ ਜਪ ਕੇ ਹੀ ਵਿਛੋੜੇ ਦਾ ਦੁੱਖ ਨਿਵਰਤ ਹੋਇਆ ਹੈ। ਰਾਮ ਨਾਮ ਸਾਰਿਆਂ ਨੂੰ ਜਪਣ ਦੀ ਆਗਿਆ, ਨਿਤਨੇਮ ਸਾਰੇ ਹੀ ਕਰਨ। ਨਾਨਕ ਸਾ ਧਨ ਨਾ ਪਿਆਰੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਉਹ ਮਹਾਤਮਾ ਰੂਪ ਇਸਤਰੀ ਪਰਮਾਤਮਾ ਪਤੀ ਨੂੰ ਪਿਆਰੀ ਲੱਗਦੀ ਹੈ। ਅਬ ਭਗਤੀ ਪਿਰ ਆਗਾ। ਜਿਹੜੀ ਅਬ ਹਿਰਦੇ ਵਿੱਚੋਂ ਭਗਤੀ ਕਰਕੇ ਪਤੀ ਪਰਮਾਤਮਾ ਦੀ ਅੱਗੇ ਭੇਟ ਰੱਖਦੀ ਹੈ, ਜਾਂ ਪਤੀ ਦੇ ਸਨਮੁਖ ਹੋ ਕੇ ਹਿਰਦੇ ਵਿੱਚੋਂ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦੀ ਹੈ। ਭੂਖ ਤੁਖਾਰ ਪੜੈ। ਤੁਖਾਰ ਨਾਮ ਬਰਫ਼ ਦਾ ਹੈ। ਸੀਸੀਅਰ ਰੁੱਤ ਦੇ ਦੂਜੇ ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਪੋਹ ਦੇ ਮਹੀਨੇ 'ਚ ਬਰਫ਼ ਪੈਂਦੀ ਹੈ। ਵਾਣ ਤ੍ਰਿਣ ਰਸ ਸੁਖਾ। ਜੋ ਜੰਗਲਾਂ ਤੇ ਬ੍ਰਿਕਸ਼ਾਂ ਦੇ ਘਾਹ ਆਦਿਕ ਦਾ ਰਸ ਸੋਖ ਲੈਂਦੀ ਹੈ। ਇਸੇ ਪ੍ਰਕਾਰ ਤੁਖਾਰ ਪੜੈ। ਜਿਹੜੀ ਬਿਰਧ ਅਵਸਥਾ ਹੈ, ਇਹ ਪੋਹ ਦਾ ਮਹੀਨਾ ਹੈ, ਜਿਸ ਵਿੱਚ ਜੜਤਾ ਬਿਰਤੀ ਰੂਪ ਬਰਫ਼ ਪੈ ਰਹੀ ਹੈ। ਵਾਣ ਤ੍ਰਿਣ ਰਸ ਸੁਖਾ। ਜੋ ਵਣ ਦੀ ਤਰ੍ਹਾਂ ਸਰੀਰ ਤੇ ਤ੍ਰਿਣ ਦੀ ਤਰ੍ਹਾਂ ਇੰਦਰੀਆਂ ਦਾ ਬਲ ਰੂਪ ਰਸ ਸੋਖ ਲੈਂਦੀ ਹੈ, ਸੁਕਾ ਦਿੰਦੀ ਹੈ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਇਹਨਾਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਥਲ ਡੂਗਰ ਭਰਿਓ, ਖੁਸ਼ਕ ਜਗ੍ਹਾ ਕੀ ਪਹਾੜ ਕੀ ਸਭ ਗਾਹ ਮਾਰੇ। ਨੇਪਾਲ ਕੀ ਤੇ ਇਧਰ ਲੇਹ ਲਦਾਖ ਕੀ ਕੋਈ ਜਗ੍ਹਾ ਸੀ ਛੱਡੀ ਨਹੀਂ ਜਿੱਥੇ ਨਾ ਗਏ ਹੋਈਏ।
ਕਨੇਡਾ, ਅਮਰੀਕਾ, ਇੰਗਲੈਂਡ, ਮਰ 7 ਸਮੁੰਦਰਾਂ ਤੋਂ ਪਾਰ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ ਬੜੀ ਯਾਤਰਾ ਕੀਤੀ। ਥਕਾਵਟ ਦਾ ਪਤਾ ਹੀ ਨਹੀਂ ਸੀ ਹੁੰਦਾ। 500 ਪੌੜੀ ਇੱਕੋ ਸਾਹ ਚੜ੍ਹ ਜਾਂਦੇ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇ ਓਮ। ਅੱਜ ਫਰੀਦਾ ਕੂਜੜਾ। ਫਰੀਦ ਸਾਹਿਬ ਜੀ ਕਹਿੰਦੇ ਅੱਜ ਮੇਰੇ ਸਰਾਣੇ ਪਿਆ ਪਾਣੀ ਵਾਲਾ ਕੁੱਜਾ, ਸੈ ਕੋਹਾਂ ਥੀ ਓਮ। ਇੰਨੀ ਮਤਲਬ ਵੀ ਉੱਠ ਕੇ ਮੈਂ ਪਾਣੀ ਪੀ ਲਵਾਂ, 100 ਕੋਹਾਂ ਦੂਰ ਜਾਪਦਾ ਹੈ। ਆਸ ਕਰ ਰਿਹਾ ਵੀ ਕੋਈ ਲੰਮੇ ਪਏ ਨੂੰ ਹੀ ਮਾੜਾ ਜਿਹਾ ਹੱਥ ਦਾ ਆਸਰਾ ਦੇ ਕੇ ਸਿਰ ਤਾਂ ਚੁੱਕ ਕੇ ਤੇ ਕੁੱਜਾ ਥੱਲਿਓਂ ਫੜ ਕੇ ਪਾਣੀ ਮੂੰਹ ਲੈ ਕੇ ਪਾਣੀ ਪਿਆ ਦੇ। ਬਿਰਧ ਅਵਸਥਾ ਬਿਨਾਂ ਹੀ ਬਿਮਾਰੀ ਤੋਂ ਇੰਨੀ ਦੁੱਖ ਵਾਲੀ ਗਿਣੀ ਗਈ ਹੈ। ਤੋ ਵਣ ਤ੍ਰਿਣ ਰਸ ਸੁੱਖ ਹੈ। ਜਿਹੜਾ ਵਣ ਜੰਗਲ ਦੀ ਤਰ੍ਹਾਂ ਸਰੀਰ ਤੇ ਤ੍ਰਿਣ ਦੀ ਤਰ੍ਹਾਂ ਇੰਦਰੀਆਂ ਦਾ ਬਲ ਰੂਪ ਰਸ ਸ਼ੋਕ ਲੈਂਦੀ ਬਿਰਧ ਅਵਸਥਾ। 40 ਤੋਂ ਬਾਅਦ ਥੋੜਾ ਬਹੁਤਾ ਡਿਫੈਕਟ ਪੈਣ ਹੀ ਲੱਗ ਪੈਂਦਾ ਹੈ। ਆਵਤ ਕੀ ਨਾਹੀ। ਇਹ ਪਰਮਾਤਮਾ ਰੂਪਤੀ ਐਸੀ ਅਵਸਥਾ ਵਿੱਚ ਤੂੰ ਮੇਰੇ ਪਾਸ ਕਿਉਂ ਨਹੀਂ ਆਉਂਦਾ? ਭਾਵ ਸਾਖਿਆਤਕਾਰ ਨਹੀਂ ਹੁੰਦਾ। ਜੇ ਜਵਾਨੀ 'ਚ ਵਾਹਿਗੁਰੂ ਵਾਹਿਗੁਰੂ ਦਬਲ ਕੇ ਜਪਿਆ ਹੋਊਗਾ, ਲੱਕ ਬੰਨ੍ਹ ਕੇ, ਢਿੱਲਾ ਮੱਠਾ ਨਹੀਂ ਸਾਡੇ ਵਾਂਗ ਕਦੀ ਆ ਗਏ ਕਦੀ ਨਾ ਆ ਗਏ, ਕਦੀ ਕਰ ਲਿਆ ਕਦੀ ਨਾ ਕਰ ਲਿਆ, ਉਹਦੇ ਨਾਲ ਨਹੀਂ ਕੋਈ ਇੰਨਾ ਫਰਕ ਪੈਂਦਾ। ਜਿੰਨੇ ਬਿਰਧ ਅਵਸਥਾ ਦਾ ਦੁੱਖ ਖਤਮ ਕਰਨਾ, ਉਹਨੂੰ ਲੱਕ ਬੰਨ੍ਹ ਕੇ ਜਵਾਨੀ 'ਚ ਰੱਬ ਰੱਬ ਕਰਨਾ ਪਊਗਾ। ਤਾਂ ਹੀ ਬਿਮਾਰੀ ਸ਼ਮਾਰੀ 'ਚ ਥੋੜ੍ਹਾ ਬਹੁਤਾ ਮਨ ਟਿਕਦਾ, ਨਹੀਂ ਤੇ ਬਿਮਾਰੀ ਬਾਅਦ 'ਚ ਆਉਂਦੀ ਹੈ, ਨਿੱਤ ਨੇ ਪਹਿਲਾਂ ਹੀ ਛੁੱਟ ਜਾਂਦਾ। ਇਸ ਲਈ ਹੇ ਮਹਾਰਾਜ ਤੂੰ ਅਜੇ ਵੀ ਨਹੀਂ ਆਇਆ, ਸਾਖਿਆਤਕਾਰ ਨਹੀਂ ਹੁੰਦਾ। ਮਨ ਤਨ ਵਸਹ ਮੁਖੇ। ਭਾਵ ਇਹ ਵੀ ਨਹੀਂ ਕਿ ਤੂੰ ਦੂਰ ਵਸਦਾ, ਸਗੋਂ ਸਾਡੇ ਹਿਰਦੇ ਸਰੀਰ ਅਤੇ ਬਾਣੀ ਰੂਪ ਹੋ ਕੇ ਮੁੱਖ ਵਿੱਚ ਵਸ ਰਿਹਾ, ਪਰ ਤੇਰਾ ਆਨੰਦ ਨਹੀਂ ਲਿਆ ਜਾ ਸਕਦਾ ਹੈ। ਬਿਰਧ ਅਵਸਥਾ ਹੈ ਹੀ ਇਸ ਤਰ੍ਹਾਂ ਦੀ। ਆਨੰਦ ਮੰਗਲ ਤਾਂ ਜਵਾਨੀ ਜੀ ਸੀਗੇ, ਸੋ ਜਿਨ੍ਹਾਂ ਸੇਵਾ ਕਰ ਲਈ ਸਿਮਰਨ ਕਰ ਲਿਆ, ਜੋਬਨ ਜਾਂਦੇ ਨਾ ਡਰਾਂ ਜੇ ਸੈ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬੇਨ, ਸੁੱਕ ਗਏ ਕੁਮਲਾਏ। ਮਨ ਤਨ ਰਵ ਰਹਿਆ ਜਗ ਜੀਵਨ। ਇਹ ਜਗਤ ਤੇ ਜੀਵਨ ਨੂੰ ਪਰਮਾਤਮਾ ਤੂੰ ਮੇਰੇ ਹਿਰਦੇ ਤੇ ਸਰੀਰ ਵਿੱਚ ਵਿਆਪਕ ਹੋ ਰਿਹਾ ਹੈ। ਗੁਰ ਸ਼ਬਦੀ ਰੰਗ ਮਾਣੀ। ਮਹਾਤਮਾ ਰੂਪ ਸਖੀਆਂ ਗੁਰਾਂ ਦੇ ਉਪਦੇਸ਼ ਦੁਆਰਾ ਤੇਰੇ ਆਨੰਦ ਨੂੰ ਮਾਨਣਾ ਕਰਦੀਆਂ ਹਨ। ਅੰਡਜ ਜੇ ਰਜ ਸੇ ਤਜ ਉਤਪੁਜ। ਕੀ ਵਿਅਸ਼ਟੀ ਉਪਾਧੀ ਕਰਕੇ ਉਹ ਪ੍ਰਭੂ ਕੇਵਲ ਮਨ ਤਨ ਵਿੱਚ ਹੀ ਰਵ ਰਿਹਾ ਹੈ, ਜਾਂ ਸਮਸ਼ਟੀ ਉਪਾਧੀ ਕਰਕੇ ਸਾਰੀਆਂ ਥਾਵਾਂ ਵਿੱਚ ਵਸ ਰਿਹਾ? ਮਹਾਰਾਜ ਕਹਿੰਦੇ ਹਾਂ ਭਾਈ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ। ਸਮਸ਼ਟੀ ਉਪਾਧੀ ਕਰਕੇ ਸਾਰਿਆਂ 'ਚ ਹੀ ਵਸ ਰਿਹਾ ਹੈ। ਅੰਡਜ ਅੰਡਿਆਂ ਤੋਂ ਪੈਦਾ ਹੋਏ ਜੀਵ ਪੰਛੀ ਆਦਿਕ, ਜੀਰਜ ਚੀਰ ਤੋਂ ਪੈਦਾ ਹੋਏ ਜੀਵ ਮਨੁੱਖ ਤੇ ਪਸ਼ੂ ਆਦਿਕ, ਸੇਤਜ ਪਸੀਨੇ ਤੋਂ ਪੈਦਾ ਹੋਏ ਜੀਵ ਅਸਸਰੀਆਂ ਕੀੜੇ ਕਾਡੇ ਬਰਸਾਤ ਦੇ ਵਿੱਚ ਆਪਣੇ ਆਪ ਹੀ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ। ਅਤੇ ਉਤ ਭੋਜ ਉੱਪਰ ਨੂੰ ਬਾਹਾਂ ਖੜੀਆਂ ਕਰਕੇ ਧਰਤੀ ਨੂੰ ਪਾੜ ਕੇ ਨਿਕਲੇ ਹੋਏ ਦਰਖਤ ਬਨਸਪਤੀ ਆਦਿਕ ਬ੍ਰਿਕਸ਼ ਆਦਿਕ ਚਾਰੇ ਖਾਣੀਆਂ ਦੇ। ਘਟ ਘਟ ਜੋਤ ਸਮਾਣੀ। ਘਟਾਂ ਘਟਾਂ ਵਿੱਚ ਹੀ ਤੇਰੀ ਜੋਤ ਹੀ ਵਾਹਿਗੁਰੂ ਸਮਾਈ ਹੋਈ ਹੈ। ਦਰਸ਼ਨ ਦੇਹੁ ਦਇਆ ਪਤ ਦਾਤੇ। ਇਹ ਮਿਹਰ ਦੇ ਮਾਲਕ ਦਾ ਤਾਰ ਪਰਮਾਤਮਾ ਤੂੰ ਮੈਨੂੰ ਆਪਣਾ ਦਰਸ਼ਨ ਦੀਦਾਰ ਦੇਣਾ ਕਰ। ਗਤ ਪਾਵੋ ਮਤ ਦੇਹੋ। ਅਤੇ ਆਤਮ ਸ਼ੈਣੀ ਬੁੱਧੀ ਦੇਣਾ ਕਰ, ਜਿਸ ਕਰਕੇ ਮੈਂ ਵੀ ਮੁਕਤੀ ਪਾ ਲਵਾਂ। ਇਸੇ ਪ੍ਰਕਾਰ ਦਰਸ਼ਨ ਦੇਹੁ ਦਇਆ ਪਤ ਦਾਤੇ। ਇਹ ਦਇਆ ਦੇ ਪਤੀ ਪਰਮਾਤਮਾ ਮੈਨੂੰ ਦਾਤਾਰ ਗੁਰਾਂ ਦਾ ਦਰਸ਼ਨ ਦੇਣਾ ਕਰ। ਸਾਰੀ ਸੰਗਤ ਦਰਸ਼ਨ ਕਰਦੀ ਹੈ ਤੇ ਮੈਂ ਕਰਮਾਂ ਤੋਂ ਹੀਣਾ ਕਿਉਂ ਨਹੀਂ ਆ ਕੇ ਬੈਠਦਾ? ਮੈਨੂੰ ਵੀ ਦਰਸ਼ਨ ਬਖਸ਼।
ਹਮ ਭੀਖਕ ਬੇਖਾਰੀ ਤੇਰੇ, ਤੂੰ ਨਿਜ ਪਤ ਦਾਤਾ ਹੋ ਦਇਆਲ। ਨਾਮ ਦਿਓ ਮੰਗਤ ਜਨ ਕੋ ਸਦਾ ਰਹੂੰ ਰੰਗ ਰਾਤਾ। हे ਮਹਾਰਾਜ, ਤੇਰੇ ਗੁਰਾਂ ਦੇ ਦਰਸ਼ਨ ਕਰਕੇ ਮੈਂ ਨਾਮ ਰੰਗ ਵਿੱਚ ਤੇਰੇ ਵਾਹਿਗੁਰੂ ਨਾਮ ਦੇ ਵਿੱਚ ਮਸਤਿਆ ਰਹਾ ਜੀ। ਗਤ ਪਾਵੋ ਮਤ ਦੇਹੋ, ਉਹਨਾਂ ਗੁਰਾਂ ਦੁਆਰਾ ਮੈਨੂੰ ਆਤਮ ਵਸ਼ਿਆਨੀ ਬੁੱਧ ਦੇਣਾ ਕਰ, ਜਿਸ ਕਰਕੇ ਮੈਂ ਨਾਮ ਜਪਾਂ, ਤੇਰੀ ਮੁਕਤੀ ਦੀ ਪ੍ਰਾਪਤੀ ਪਾ ਲਵਾਂ ਜੀ। ਨਾਨਕ ਰੰਗ ਰਵੈ ਰਸ ਰਸੀਆਂ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪੋਹ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਇਹ ਜਗਿਆਸੂ ਇਸਤਰੀ ਵਾਹਿਗੁਰੂ ਦੀ ਪ੍ਰੇਮਣ ਹੋ ਕੇ ਪ੍ਰੇਮ ਦੇ ਨਾਲ ਆਨੰਦ ਦੇ ਸਹਿਤ ਉਸ ਹਰੀ ਦਾ ਜਸ ਉਚਾਰਨ ਕਰ। ਹਰਿ ਸਿਉ ਪ੍ਰੀਤ ਸਨੇਹੋ, ਅਤੇ ਹਰੀ ਪਰਮੇਸ਼ਰ ਪਤੀ ਦੇ ਨਾਲ ਮਨ ਕਰਕੇ ਪ੍ਰੀਤੀ ਕਰ, ਸਰੀਰ ਕਰਕੇ ਪ੍ਰੇਮ ਕਰ। ਜਾਂ ਇਸੇ ਪ੍ਰਕਾਰ ਹਰਿ ਸਿਉ ਪ੍ਰੀਤ ਸਨੇਹੋ, ਜੋ ਹਰੀ ਨਾਲ ਮਨ ਤਨ ਦੇ ਨਾਲ ਪ੍ਰੀਤੀ ਤੇ ਸਨੇਹ ਕਰਕੇ ਰੰਗ ਰਵੈ ਰਸ ਰਸੀਆ, ਪ੍ਰੇਮ ਪੂਰਵਕ ਹਰੀ ਨੂੰ ਬਾਣੀ ਕਰਕੇ ਉਚਾਰਨਾ ਕਰਦਾ, ਉਹ ਆਤਮਿਕ ਰਸ ਦਾ ਰਸੀਆ ਹੁੰਦਾ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਿਆ ਹੈ। ਮਾਘ ਪਨੀਤ ਪਈ, ਹਿਮਕਰ ਰੁੱਤ ਦੇ ਪਹਿਲੇ ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਉਪਦੇਸ਼ ਕਥਨ ਕਰਦੇ ਹਨ। ਮਾਘ ਦੇ ਮਹੀਨੇ ਜਦ ਸੂਰਜ ਮਕਰ ਰਾਸ਼ੀ ਵਿੱਚ ਆਉਂਦਾ, ਤਦੋਂ ਜ਼ਿਆਦਾਤਰ ਲੋਕ ਪ੍ਰਯਾਗਰਾਜ, ਅੱਜ ਕੱਲ੍ਹ ਇਲਾਹਾਬਾਦ, ਤਰਬੇਣੀ ਜਿਹਨੂੰ ਕਹਿੰਦੇ, ਉੱਥੇ ਪਹੁੰਚ ਕੇ ਇਸ਼ਨਾਨ ਕਰਦੇ ਹਿੰਦੂ ਲੋਕ ਅਤੇ ਅਨੇਕਾਂ ਪੁੰਨ ਦਾਨ ਕਰਦੇ ਨੇ। ਪ੍ਰਯਾਗ ਦਾ ਕੁੰਭ ਵੀ ਮਾਘ ਮਹੀਨੇ ਵਿੱਚ ਪ੍ਰਯਾਗਰਾਜ ਵਿੱਚ ਕਰਦੇ ਨੇ। ਜੋ ਤੀਰਥਾਂ 'ਤੇ ਨਹੀਂ ਜਾ ਸਕਦੇ, ਉਹ ਇਸ ਮਹੀਨੇ ਦੇ ਦਿਨ ਸਵੇਰ ਵੇਲੇ ਇਸ਼ਨਾਨ ਕਰਨਾ ਬਹੁਤ ਪੁੰਨ ਕਰਮ ਸਮਝਦੇ ਨੇ। ਇਸ ਮਹੀਨੇ ਦੀ ਮੰਨੀ ਹੋਈ ਪਵਿੱਤਰਤਾ, ਪੁੰਨ ਦਾਨ, ਇਸ਼ਨਾਨ, ਜਪ ਆਦਿਕਾਂ ਦਾ ਖਿਆਲ ਰੱਖ ਕੇ ਗੁਰੂ ਜੀ ਸੱਚੇ ਪ੍ਰਯਾਗ, ਸੱਚੀ ਪਵਿੱਤਰਤਾ ਤੇ ਸੱਚੇ ਇਸ਼ਨਾਨ ਆਦਿਕ ਦਾ ਨਿਰੂਪਣ ਕਰਦੇ ਨੇ। ਜਿਸ ਨੇ ਪ੍ਰਤੱਖ ਜਾਂ ਮਨੁੱਖਾ ਜਨਮ ਰੂਪੀ ਮਾਘ ਦੇ ਮਹੀਨੇ ਵਿੱਚ ਮਹਾਰਾਜ ਕਥਨ ਕਰਦੇ ਨੇ, ਤੀਰਥ ਅੰਤਰ ਜਾਣਿਆ, ਆਪਣੇ ਹਿਰਦੇ ਵਿੱਚ ਤੀਰਥ ਰੂਪ ਹਰੀ ਨੂੰ ਜਾਣਿਆ, ਉਸ ਦੀ ਬੁੱਧੀ ਮਾਘ ਪੁਨੀਤ ਪਈ, ਮਾਘ ਦੇ ਮਹੀਨੇ 'ਚ ਪਵਿੱਤਰ ਹੋਈ ਹੈ। ਇਸੇ ਪ੍ਰਕਾਰ ਮਾਘ ਪਨੀਤ ਪਈ, ਤੀਰਥ ਅੰਤਰ ਜਾਣਿਆ, ਸਤੋਗੁਣ ਬਿਰਤੀ ਰੂਪ ਮਾਘ ਦੇ ਮਹੀਨੇ ਵਿੱਚ ਸਤ ਸੰਗਤ 'ਚ ਮਿਲਣ ਕਰਕੇ ਜਿਸ ਦੀ ਬੁੱਧ ਪਵਿੱਤਰ ਹੋ ਗਈ ਹੈ, ਉਸ ਨੇ ਤੀਰਥ ਰੂਪ ਹਰੀ ਨੂੰ ਆਪਣੇ ਅੰਦਰ ਹੀ ਜਾਣ ਲਿਆ ਹੈ। ਇਸੇ ਪ੍ਰਕਾਰ ਮਾਘ ਪਨੀਤ ਭਈ, ਤੀਰਥ ਅੰਤਰ ਜਾਣਿਆ, ਸਤੋਗੁਣ ਬਿਰਤੀ ਰੂਪ ਮਾਘ ਦਾ ਮਹੀਨਾ ਹੈ, ਸ਼ਰਧਾ ਰੂਪ ਮਕਰ ਰਾਸ਼ੀ ਹੈ, ਜਿਸ ਵਿੱਚ ਗਿਆਨ ਰੂਪ ਸੂਰਜ ਸਦਾ ਤਪਦਾ ਹੈ। ਭਾਵ ਸ਼ਰਧਾਵਾਨ ਨੂੰ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤ ਸੰਗਤ ਰੂਪ ਪ੍ਰਯਾਗਰਾਜ ਦੇ ਵਿੱਚ ਜਿਸ ਨੇ ਨਾਮ ਰੂਪ ਜਲ ਨਾਲ ਇਸ਼ਨਾਨ ਕੀਤਾ, ਉਸ ਦੀ ਬੁੱਧੀ ਪਵਿੱਤਰ ਹੋਈ ਹੈ। ਇਸ਼ਨਾਨ ਕਰਨ ਤੋਂ ਬਾਅਦ ਲੋਕ ਮਾਧੋ ਬੇਣੀ ਮੰਦਰ ਤੇ ਅਖੈ ਵੱਟ ਦੇ ਦਰਸ਼ਨ ਕਰਦੇ ਨੇ। ਇੱਧਰ ਜੋ ਤੀਰਥ ਰੂਪ ਹਰੀ ਨੂੰ ਹਿਰਦੇ ਵਿੱਚ ਜਾਣਨਾ ਹੈ, ਇਹੀ ਮਾਧੋ ਬੇਣੀ ਤੇ ਅਖੈ ਵੱਟ ਦੇ ਦਰਸ਼ਨ ਨੇ। ਅੱਗੇ ਹੁਣ ਪ੍ਰਤੱਖ ਪ੍ਰਯਾਗਰਾਜ ਤੋਂ ਸਤਸੰਗ ਗੁਰੂ ਪ੍ਰਯਾਗਰਾਜ ਦੀ ਵਿਸ਼ੇਸ਼ਤਾ ਵਰਣਨ ਕਰਦੇ ਨੇ ਕਿ ਪ੍ਰਤੱਖ ਪ੍ਰਯਾਗਰਾਜ ਉੱਪਰ ਜਾਣਾ ਹਰ ਕਿਸੇ ਲਈ ਸੰਭਵ ਨਹੀਂ ਹੈ, ਮੁਸ਼ਕਲ ਹੈ। ਸਤਸੰਗ ਜਾਣਾ ਸੌਖਾ ਹੈ, ਫਿਰ ਉਹ ਤੀਰਥ ਇੱਕ ਦੇਸੀ ਤੇ ਜੜ, ਪਰ ਮਹਾਤਮਾ ਸਰਬ ਦੇਸੀ ਅਤੇ ਜੰਗਮ ਨੇ। ਜਿਵੇਂ ਨਾਨਕਸਰ ਵਾਲੇ ਮਹਾਤਮਾ ਦਿੱਲੀ 'ਚ ਸੰਪਟ ਪਾਠ ਵੱਖਰਾ ਕਰਦੇ ਨੇ, ਇੱਥੇ ਜਗਰਾਵਾਂ ਦੇ ਕੋਲ ਨਾਨਕਸਰ ਭਗਤੀ ਦਾ ਘਰ, ਇੱਥੇ ਭਗਤੀ ਵੱਖਰੀ ਅਲੱਗ ਹੁੰਦੀ। ਮਾਘ ਦੇ ਮਹੀਨੇ ਸਪੈਸ਼ਲ ਸੰਪਟ ਪਾਠ ਕੀਤੇ ਜਾਂਦੇ, ਸ਼ਰਧਾਲੂ ਪ੍ਰੇਮੀਆਂ ਨੂੰ ਬੁਲਾ ਕੇ ਤੇ ਜਪ ਤਪ ਸਮਾਗਮ ਰੱਖੇ ਜਾਂਦੇ, ਜਿੱਥੇ ਜਿੱਥੇ ਵੀ ਉਹ ਬੈਠੇ ਨੇ।
ਉੱਥੇ ਹੀ ਸਤਸੰਗਤ ਹੈ। ਸਾਜਨ ਸਹਿਜ ਮਿਲੇ ਮਹਾਤਮਾ ਰੂਪੀ ਸੱਜਣ ਮਿੱਤਰ ਸੁਭਾਵਕ ਹੀ ਮਿਲ ਪੈਂਦੇ ਹਨ। ਪ੍ਰਤੱਖ ਪ੍ਰਯਾਗਰਾਜ ਵਿੱਚ ਤਾਂ ਇਸ਼ਨਾਨ ਦਾ ਪੁੰਨ ਸਮਝਿਆ ਜਾਂਦਾ, ਇੱਧਰ ਕਿਹੜਾ ਪੁੰਨ ਹੈ? ਕਹਿੰਦੇ ਹਨ ਗੁਣ ਗਹਿ ਅੰਕ ਸਮਾਨਿਆ। ਜੋ ਮਹਾਤਮਾ ਰੂਪ ਸੱਜਣਾ ਨਾਲ ਪ੍ਰਭੂ ਪ੍ਰਾਪਤੀ ਵਾਲੇ ਗੁਣਾਂ ਨੂੰ ਗ੍ਰਹਿਣ ਕਰਕੇ ਉਹਦੇ ਸਰੂਪ ਦੇ ਵਿੱਚ ਸਮਾਉਣਾ, ਇਹੀ ਪੁੰਨ ਹੈ। ਜੋ ਵਿਸ਼ਿਆਂ ਨੂੰ ਪਕੜ ਕੇ ਦਬਾ ਕੇ ਪ੍ਰਭੂ ਦੇ ਪ੍ਰੇਮ 'ਚ ਸਮਾਉਣਾ, ਇਹੀ ਪੁੰਨ ਕਰਮ ਹੈ। ਇਸੇ ਪ੍ਰਕਾਰ ਸਾਜਨ ਸਹਿਜ ਮਿਲੇ ਸਾਨੂੰ ਸੱਜਣ ਅਕਾਲ ਪੁਰਖ ਦੇ ਸਹਿਜੀ ਪ੍ਰਾਪਤੀ ਵਾਲੇ ਗੁਣ ਜਾਂ ਗੁਰੂ ਜੀ ਮਿਲ ਗਏ ਨੇ। ਗੁਣ ਗਹਿ ਅੰਕ ਸਮਾਨਿਆ ਤੇ ਕੋਟ ਪੁੰਨ ਸੁਣ ਹਰ ਕੀ ਬਾਣੀ। ਉਹਨਾਂ ਦੀ ਬਾਣੀ ਸੁਣ ਸੁਣ ਕੇ ਉਹਨਾਂ ਦੇ ਸਰੂਪ ਤਟਸਥੀ ਲਕਸ਼ਣਾ ਰੂਪ ਗੁਣਾਂ ਨੂੰ ਜੋ ਬਾਣੀ 'ਚ ਕਹੇ ਨੇ, ਪੜ੍ਹ ਪੜ੍ਹ ਕੇ ਸੁਣ ਸੁਣ ਕੇ ਗ੍ਰਹਿਣ ਕਰਕੇ ਉਹਦੇ ਹੁਣ ਸਰੂਪ ਜੀ ਸਮਾ ਗਏ। ਬਾਣੀ ਪੜ੍ਹਨ ਦਾ ਇਹ ਲਾਭ ਹੈ ਕਿ ਗੁਰਸਿੱਖ ਬਾਣੀ ਰੂਪੀ ਹੋ ਜਾਂਦਾ ਹੈ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ। ਇਹ ਸੁੰਦਰ ਪਰਮਾਤਮਾ ਤੂੰ ਮੇਰੀ ਬੇਨਤੀ ਸੁਣ। ਹੇ ਪਿਆਰੇ ਪ੍ਰਭੂ, ਮੈਂ ਆਪਣੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਸਤ ਸੰਦੋਖ ਆਦਿ ਗੁਣ ਧਾਰਨ ਕੀਤੇ ਨੇ। ਤੁਧ ਭਾਵਾ ਸਰਨਾਵਾ ਜੇਕਰ ਤੈਨੂੰ ਭਾ ਜਾਵਾਂ ਤਾਂ ਹੀ ਸਤਸੰਗਤ ਰੂਪ ਤੀਰਥ ਦੇ ਸਰੋਵਰ ਵਿੱਚ ਨਹਾਵਾ ਇਸ਼ਨਾਨ ਕਰ ਸਕਦੀ ਹਾਂ। ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਈ ਕਰੀ। ਜਿਵੇਂ ਪ੍ਰਯਾਗਰਾਜ ਵਿੱਚ ਗੰਗਾ ਜਮਨਾ ਤੇ ਸਰਸਤੀ ਇਸ ਤ੍ਰਿਵੇਣੀ ਦਾ ਮਿਲਾਪ ਹੈ ਤੇ ਕੁੰਭ ਸਮੇਂ ਉੱਤੇ ਇਸ਼ਨਾਨ ਕਰਨ ਨਾਲ 7 ਸਮੁੰਦਰਾਂ ਦੇ ਇਸ਼ਨਾਨ ਦਾ ਮਹਾਤਮ ਫਲ ਪ੍ਰਾਪਤ ਹੋਣਾ ਮੰਨਿਆ ਜਾਂਦਾ ਹੈ। ਇੱਧਰਲੇ ਪਾਸੇ ਗੰਗ ਜਮਨ ਤਹ ਬੇਣੀ ਸੰਗਮ। ਸਤ ਸੰਗਤ ਰੂਪ ਪ੍ਰਯਾਗਰਾਜ ਵਿੱਚ ਉਪਦੇਸ਼ ਸੁਣਨਾ ਗੰਗਾ ਹੈ, ਮੰਨਣਾ ਜਮਨਾ ਹੈ। ਸਰਸਤੀ ਅਲੋਪ ਹੈ, ਗੁਪਤ ਰੂਪ 'ਚ ਕਹਿੰਦੇ ਮਿਲਦੀ। ਇਸੇ ਤਰ੍ਹਾਂ ਸੁਣ ਕੇ ਮੰਨਣ ਤੋਂ ਬਾਅਦ ਹਿਰਦੇ ਵਿੱਚ ਜੋ ਗੁਪਤ ਪ੍ਰੇਮ ਪੈਦਾ ਹੋਣਾ, ਇਹ ਸਰਸਤੀ ਦੀ ਤਰ੍ਹਾਂ ਹੈ। ਸਾਤ ਸਮੁੰਦ ਸਮਾਵਾ ਇਉਂ ਤ੍ਰਿਵੇਣੀ ਦਾ ਸੰਗਮ ਮਿਲਾਪ ਬਣਿਆ ਹੋਇਆ ਹੈ। ਤੇ 7 ਸਮੁੰਦ ਸਮਾਵਾ ਜੋ ਵੈਰਾਗ ਵਿਵੇਕ ਖਟ ਸਮਧੀ ਮਮੋਖ ਇੱਛਾ ਸ਼ਰਵਣ ਮੰਨਣ ਤੇ ਨਿਧਿਆਸਨ ਰੂਪ 7 ਸਮੁੰਦਰ ਵੀ ਸੰਗਤ ਵਿੱਚ ਸਮਾਏ ਹੋਏ ਨੇ। ਭਾਵੇਂ ਸਾਧਨ ਵੀ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੇ ਨੇ ਤੇ ਇਹਨਾਂ ਦੀ ਪ੍ਰਾਪਤੀ ਰੂਪ 7 ਸਮੁੰਦਰਾਂ ਦੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਪੁੰਨ ਦਾਨ ਪੂਜਾ ਪਰਮੇਸ਼ਰ। ਜੋ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਮਨ ਨੂੰ ਪਵਿੱਤਰ ਕਰਨ ਰੂਪ ਪੁੰਨ, ਮੇਰ ਛੱਡ ਕੇ ਪਰਮਾਤਮਾ ਨੂੰ ਸਭ ਦਾ ਆਸਰਾ ਸਮਝਣ ਰੂਪ ਦਾਨ ਹੈ। ਪਰਮੇਸ਼ਰ ਦੇ ਗੁਣ ਗੁਣ ਰੂਪ ਜਾਂ ਮਨ ਤਨ ਧਨ ਦਾ ਅਰਪਣ ਰੂਪ ਪੂਜਾ ਹੈ। ਜੁਗ ਜੁਗ ਏਕੋ ਜਾਤਾ ਜੁਗ 4 ਸ਼ਰਵਣ ਮਨ ਨਿਧਿਆਸਨ ਤਤਵੰਗ ਦਾ ਸ਼ਸ਼ੋਧਨ ਸਾਧਨਾ ਦੇ ਸੰਯੁਕਤ ਹੋ ਕੇ ਜੁਗ 2 ਭਾਵ ਜੀਵ ਤੇ ਈਸ਼ ਦੀ ਏਕਤਾ ਕਰਕੇ ਇੱਕ ਬ੍ਰਹਮ ਨੂੰ ਵਿਆਪਕ ਜਾਣਨਾ ਹੀ ਪੁੰਨ ਦਾਨ ਦੇ ਪੂਜਾ ਹੈ। ਜਾਂ ਜੋ ਜੁਗਾਂ ਜੁਗਾਂ 'ਚ ਅਦੁੱਤੀ ਬ੍ਰਹਮ ਨੂੰ ਵਿਆਪਕ ਜਾਣਿਆ, ਇਹੀ ਪਰਮਾਤਮਾ ਦੀ ਪੂਜਾ, ਇਹੀ ਪੁਰਬ ਦੇ ਸਮੇਂ ਪੁੰਨ ਸੁਤੇ ਸੇ ਦਿੱਤਾ ਹੋਇਆ ਦਾਨ ਹੈ। ਨਾਨਕ ਮਾਗ ਮਹਾਰਸ ਹਰ ਜਪ। ਪ੍ਰਯਾਗਰਾਜ ਤੇ ਇਸ਼ਨਾਨ ਕਰਨ ਤੋਂ ਬਾਅਦ ਕਈ ਤੀਰਥ ਕਿਨਾਰੇ ਬੈਠ ਕੇ ਜਾਪ ਕਰਦੇ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਕਿ ਪ੍ਰਤੱਖ ਸਤੋਗੁਣ ਬਿਰਤੀ ਰੂਪ ਮਾਘ ਦੇ ਮਹੀਨੇ ਦੁਆਰਾ ਕਥਨ ਕਰਦੇ ਜੋ ਪਰਮੇਸ਼ਰ ਦਾ ਨਾਮ ਜਪ ਕੇ ਵੱਡਾ ਬ੍ਰਹਮ ਆਨੰਦ ਪ੍ਰਾਪਤ ਹੋਣਾ, ਇਹੀ ਜਾਪ ਹੈ। ਜਾਂ ਸੰਗਤ ਰੂਪ ਪ੍ਰਯਾਗਰਾਜ ਵਿੱਚੋਂ ਨਾਮ ਰੂਪ ਜਲ ਇਸ਼ਨਾਨ ਕਰਕੇ ਜੋ ਵੱਡੇ ਆਨੰਦ ਰੂਪ ਹਰੀ ਚ ਨਿਸ਼ਚੈ ਕਰਨਾ, ਇਹੀ ਜਾਪ ਹੈ। 68 ਤੀਰਥ ਨਾਤਾ। ਅਤੇ ਸੰਗਤ ਵਿੱਚ ਮਨ ਦਾ ਇਸ਼ਨਾਨ ਕਰਨ ਨਾਲ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਹਰਾ। ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ। ਸਾਚ ਨਾ ਲਾਗੈ ਮੈਲ, ਕਿਆ ਮਲਤ ਹੋਈ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਪੁੰਨ ਦਾਨ ਪੂਜਾ ਪਰਮੇਸ਼ਵਰ, ਜੁਗ ਜੁਗ ਏਕੋ ਜਾਤਾ। ਕਮਾਗ ਮਹਾਰਸ ਹਰ ਜਪ, 68 ਤੀਰਥ ਨਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ